ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜੋ ਕਿ ਆਪ ਸਿੱਖ ਸੰਗਤਾਂ ਨੂੰ ਪਤਾ ਹੈ ਜੀ, ਪੰਜਾਬ ਵਿੱਚ ਪਿਛਲੇ 2 ਹਫ਼ਤੇ ਪਹਿਲਾਂ ਤਰਨਤਾਰਨ ਦੇ ਵਿੱਚ ਜਿਹੜੀ ਘਟਨਾ ਹੋਈ ਸੀ, ਭਾਈ ਅਮਰੀਕ ਸਿੰਘ ਦੇ ਵੀ ਗੋਲੀਆਂ ਲੱਗੀਆਂ, ਹੋਰ ਸਿੰਘਾਂ ਦੇ ਵੀ ਗੋਲੀਆਂ ਲੱਗੀਆਂ ਸੀ। ਅਤੇ ਬਾਅਦ ਦੇ ਵਿੱਚ ਜੋ ਗੁਰੂ ਗ੍ਰੰਥ ਸਾਹਿਬ ਜੀ ਨੂੰ ਮਿੱਟੀ ਦਾ ਤੇਲ ਪਾ ਕੇ ਸਾਡੇ ਇਸ਼ਟ ਨੂੰ ਸਾੜਿਆ ਗਿਆ, ਸਾਰੇ ਸਿੱਖ ਕੌਮ ਦੇ ਹਿਰਦੇ ਬਲੂੰਦੇ ਗਏ ਜੀ। ਉਸ ਫਰਜ਼ ਨੂੰ ਸਿੱਖ ਚੈਨਲ ਵਾਲੇ ਫਰਜ਼ ਨਿਭਾਉਂਦੇ ਹੋਏ ਇਸ ਵੇਲੇ ਸਾਡੇ ਕੋਲ ਇਟਲੀ ਵਿੱਚ ਗੁਰਦੁਆਰਾ ਸਿੰਘ ਸਭਾ ਨੋਵੇਲਾਰਾ ਇਟਲੀ ਵਿਖੇ ਪਹੁੰਚ ਚੁੱਕੇ ਹਨ। ਹੁਣ ਸੰਗਤਾਂ ਦੇ ਵਿਊ ਲੈ ਜਾਣਗੇ ਕਿ ਉਸ ਜਿਹੜੀ ਮਾੜੀ ਦੁਰਘਟਨਾ ਹੋਈ ਅਤੇ ਉਸ ਵਿੱਚ ਸਿੱਖ ਕੌਮ ਨੂੰ ਕੀ ਕਰਨਾ ਚਾਹੀਦਾ ਅਤੇ ਅੱਗੇ ਵਾਸਤੇ ਉਹਨਾਂ ਨੂੰ ਕਿਸੇ ਤਰ੍ਹਾਂ ਨੱਥ ਪਾਉਣੀ ਚਾਹੀਦੀ ਕਿ ਅੱਗੇ ਵਾਸਤੇ ਇਸ ਤਰ੍ਹਾਂ ਦੇ ਕੰਮ ਨਾ ਕੀਤੇ ਜਾਣ। ਇਸ ਮਸਲੇ ਵਿੱਚ ਭਾਈ ਜੋਗਿੰਦਰ ਸਿੰਘ ਜੀ ਨੋਵੇਲਾਰਾ ਗੁਰੂ ਘਰ ਦੇ ਪ੍ਰਧਾਨ, ਜੋ ਕਿ ਉਹ ਆਪਣੇ ਵਿਊ ਦੇਣਗੇ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜੋ ਵੀ ਇਹ ਦੁਰਘਟਨਾ ਪੰਜਾਬ ਦੇ ਵਿੱਚ ਵਾਪਰੀ ਆ, ਬਹੁਤ ਇੱਕ ਘਿਨਾਉਣੀ ਘਟਨਾ ਆ। ਇਸ ਦੇ ਨਾਲ ਸਿੱਖ ਜਗਤ ਦੇ ਹਿਰਦੇ ਜਿਹੜੇ ਆ ਬਲੁੰਦਰੇ ਗਏ ਆ। ਇਹੋ ਜਿਹੀਆਂ ਅੱਗੇ ਵੀ ਬਹੁਤ ਸਾਰੀਆਂ ਘਟਨਾਵਾਂ ਹੋਈਆਂ ਹਨ। ਸਾਰੀਆਂ ਸਾਨੂੰ ਸਿੱਖ ਸੰਪਰਦਾਵਾਂ ਨੂੰ, ਸਾਰੀਆਂ ਹੀ ਸਿੱਖ ਜਥੇਬੰਦੀਆਂ ਨੂੰ ਰਲ ਮਿਲ ਕੇ ਕੋਈ ਇਹੋ ਜਿਹਾ ਸਟੈਪ ਉਠਾਉਣਾ ਚਾਹੀਦਾ ਆ ਤਾਂ ਜੋ ਇਹੋ ਜਿਹੇ ਜਿਹੜੇ ਅਨਸਰ ਆ ਅੱਗੇ ਤੋਂ ਪੈਦਾ ਨਾ ਹੋ ਸਕਣ ਸਮਾਜ 'ਚ, ਤਾਂ ਇਹੋ ਜਿਹੀਆਂ ਘਟਨਾਵਾਂ ਨਾ ਹੋ ਸਕਣ। ਜਿਸ ਤਰ੍ਹਾਂ ਸਾਡੇ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀਆਂ ਦੇ ਸਤਿਕਾਰ ਪ੍ਰਤੀ ਇੱਕ ਕਮੇਟੀ ਬਣਾਈ ਗਈ ਸੀ, ਜਿਹਦੇ ਵਿੱਚ ਭਾਈ ਸਾਹਿਬ ਭਾਈ ਅਮਰੀਕ ਸਿੰਘ ਅਜਨਾਲੇ ਵਾਲੇ ਤਾਂ ਹੋਰ ਗੁਰਸਿੱਖ ਵੀਰ ਕੰਮ ਕਰ ਰਹੇ ਹਨ। ਸਾਨੂੰ ਉਹਨਾਂ ਸਿੰਘਾਂ ਦਾ ਰਲ ਮਿਲ ਕੇ ਸਾਥ ਦੇਣਾ ਚਾਹੀਦਾ ਹੈ, ਕਿਉਂਕਿ ਉਹ ਸਿੰਘ ਸਾਰੇ ਦਾ ਸਾਰਾ ਤਸ਼ੱਦਦ ਆਪਣੇ ਸਰੀਰਾਂ 'ਤੇ ਹਟਾਉਂਦੇ ਹਨ। ਕੋਈ ਸਾਡੇ ਵਰਗੇ ਲੋਕ ਤਾਂ ਸਿਰਫ ਬੋਲ ਕੇ ਸਟੇਜਾਂ 'ਤੇ ਬੋਲ ਕੇ ਹੀ ਦੱਸ ਸਕਦੇ ਹਨ, ਪਰ ਉਹ ਐਸੇ ਸਿੰਘ ਹਨ ਜਿਨ੍ਹਾਂ ਨੇ ਗੁਰੂ ਗ੍ਰੰਥ ਸਾਹਿਬ ਦੇ ਸਤਿਕਾਰ ਲਈ ਸਿਰਫ ਬੋਲੇ ਹੀ ਨਹੀਂ, ਉਹ ਤਸ਼ੱਦਦ ਨੂੰ ਆਪਣੇ ਸਰੀਰਾਂ 'ਤੇ ਵੀ ਹਟਾਇਆ, ਗੋਲੀਆਂ ਖਾਧੀਆਂ। ਅਤੇ ਸਾਨੂੰ ਉਹਨਾਂ ਦੇ ਨਾਲ ਤਨੋ ਮਨੋ ਤੁਹਾਨੂੰ ਸਾਥ ਦੇਣਾ ਚਾਹੀਦਾ। ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹੁਣ ਇਸੇ ਤਰ੍ਹਾਂ ਚੱਲਦੇ ਜੀ ਭਾਈ ਅੱਗੇ ਭਾਈ ਜਸਵੀਰ ਸਿੰਘ ਜੀ ਕੋਲ ਪੁੱਛਦੇ ਹਾਂ, ਜੋ ਕਿ ਤਰਨਤਾਰਨ ਵਿੱਚ ਘਟਨਾ ਹੋਈ ਸੀ, ਭਾਈ ਸਾਹਿਬ ਦੇ ਗੋਲੀਆਂ ਲੱਗੀਆਂ ਭਾਈ ਅਮਰੀਕ ਸਿੰਘ ਜੀ ਦੇ, ਉਸ ਬਾਰੇ ਭਾਈ ਆਪ ਜੀ ਦਾ ਕੀ ਕਹਿਣਾ? ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇਹ ਗੱਲ ਕਹਿ ਦੇਣੀ ਬਹੁਤ ਸੌਖੀ ਹੈ ਕਿ ਮਹਾਰਾਜ ਸਰੂਪ ਦੀ ਬੇਅਦਬੀ ਹੋਈ, ਪਰ ਜਿਹੜੇ ਸਾਡੇ ਇਸ਼ਟ ਹੈ ਉਹਨਾਂ ਦੀ ਇੰਨੀ ਬੇਅਦਬੀ ਹੋ ਜਾਵੇ, ਅਸੀਂ ਚੁੱਪਚਾਪ ਆਨੇ ਜਾਂਦੇ ਹਾਂ, ਲੰਗਰ ਛਕੀ ਜਾਂਦੇ ਹਾਂ ਗੁਰਦੁਆਰੇ ਵਿੱਚ ਆ ਕੇ ਵੀ, ਪਰ ਮਨ ਨੂੰ ਦੁੱਖ ਬਹੁਤ ਹੁੰਦਾ ਹੈ। ਪਰ ਜਦ ਤੱਕ ਸਾਡੇ ਕੋਲ ਖਾਲਿਸਤਾਨ ਸਾਡਾ ਨਹੀਂ ਬਣਦਾ, ਖਾਲਸਾ ਰਾਜ ਨਹੀਂ ਹੁੰਦਾ, ਅਸੀਂ ਜੋ ਮਰਜ਼ੀ ਕਰੀ ਚੱਲੀਏ, ਕਿਉਂਕਿ ਅਕਾਲ ਤਖ਼ਤ ਵੀ ਹੈ, ਉਹ ਵੀ ਗੁਲਾਮ ਹੈ। ਜਦ ਤੱਕ ਆਪਣਾ ਖਾਲਿਸਤਾਨ ਨਹੀਂ ਬਣਦਾ, ਅਕਾਲ ਤਖ਼ਤ ਸਾਹਿਬ ਆਪਣਾ ਆਜ਼ਾਦ ਨਹੀਂ ਹੁੰਦਾ, ਜਿੱਥੇ ਮਰਜ਼ੀ ਜਾਈ ਚੱਲੀਏ, ਜਿੱਥੇ ਮਰਜ਼ੀ ਮੀਟਿੰਗਾਂ ਹੋਈ ਜਾਣ, ਜੋ ਮਰਜ਼ੀ ਕਰੀ ਚੱਲੀਏ, ਸਾਡਾ ਕੁਛ ਨਹੀਂ ਬਣਨਾ। ਇੱਦੇ ਬੇਅਦਬੀ ਅੱਗੇ ਵੀ ਹੁੰਦੀ ਹੈ ਅਤੇ ਗਾਹਾਂ ਵੀ ਹੋਣੀ ਆ। ਜਦ ਤੱਕ ਇਹੋ ਜਿਹੇ ਬੰਦਿਆਂ ਦੇ ਸੋਧੇ ਨਾ ਲਾਏ ਜਾਣ, ਜਿੱਥੇ ਵੀ ਇਹੋ ਜਿਹਾ ਪਤਾ ਲੱਗਦਾ ਸੋਧਾ ਲਾਇਆ ਜਾਵੇ ਉਹਦਾ, ਅਤੇ ਇਹਨਾਂ ਨੂੰ ਅਕਲ ਆਵੇ। ਜਿਸ ਤਰ੍ਹਾਂ ਭਾਈ ਮਨਦੀਪ ਸਿੰਘ ਨੇ ਕੀਤੀ ਸੀਗੀ, ਥਾਣੇ ਦੇ ਵਿੱਚ ਜਾ ਕੇ ਗੋਲੀਆਂ ਮਾਰੀਆਂ ਸੀਗੀਆਂ, ਇਹੋ ਜਿਹਾ ਸਾਨੂੰ ਯੋਧਿਆਂ ਦੇ ਸਾਥ ਦੇਣੇ ਚਾਹੀਦੇ ਆ। ਖੜਨਾ, ਜਿਹੜੇ ਇਹੋ ਜਿਹੇ ਯੋਧੇ ਵੀਰ ਆਪਣੇ ਅੱਗੇ ਜਾਂਦੇ ਆ, ਨਾਲ ਉਹਦੇ ਖੜੀਏ ਅਤੇ ਉਹਨਾਂ ਦਾ ਸਾਥ ਵੀ ਦੇਈਏ। ਅਤੇ ਹੋਰ ਦਾਸ ਇਹਦੇ ਬਾਰੇ ਕੁਛ ਨਹੀਂ ਬੋਲ ਸਕਦਾ, ਕਿਉਂਕਿ ਬੋਲਣ ਨੂੰ ਜਿੰਨਾ ਮਰਜ਼ੀ ਬੋਲੀ ਚੱਲੀਏ, ਪਰ ਬੋਲਿਆ ਉਹੀ ਆ ਜਿਹੜਾ ਯਾਨੀ ਕਿ ਜਿੰਨਾ ਕੁ ਵੀ ਸਹੀ ਬੋਲ ਸਕੀਏ। ਸੋ ਹੋਈਆਂ ਗਲਤੀਆਂ ਦੀ ਮਾਫੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਭਾਈ ਚਰਨਜੀਤ ਸਿੰਘ ਜੀ ਸਾਡੇ ਕੋਲ ਸਿੱਖ ਚੈਨਲ ਪਹੁੰਚਿਆ, ਜਿਹੜਾ ਕਿ ਪੰਜਾਬ ਦੇ ਵਿੱਚ ਬੇਅਦਬੀ ਹੋਈ ਗੁਰੂ ਗ੍ਰੰਥ ਸਾਹਿਬ ਜੀ ਦੀ, ਆਪ ਜੀ ਉਸ ਬਾਰੇ ਕਿਉਂ ਵੀ ਦੇਣਾ ਚਾਹੁੰਦੇ? ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇਹ ਬਹੁਤ ਜ਼ਿਆਦਾ ਦੁਖਦਾਈ ਘਟਨਾ, ਅਤੇ ਉਹ ਤਾਂ ਤੁਸੀਂ ਸਾਰਿਆਂ ਨੇ ਜੋ ਵੀ ਟੀ ਵੀ 'ਤੇ ਦੇਖਿਆ। ਇੱਥੇ ਤਾਂ ਸੰਗਤਾਂ ਕਾਫੀ ਹੱਦ ਤੱਕ ਇਸ ਚੀਜ਼ ਬਾਰੇ ਜਾਗਰੂਕ ਵੀ ਆ, ਪਰ ਸਾਨੂੰ ਸਾਰੀਆਂ ਸੰਗਤਾਂ ਨੂੰ ਇਹ ਆਪਣੇ ਆਪਣੇ ਪਰਿਵਾਰਾਂ ਨੂੰ ਪਿੱਛੇ ਫੋਨ ਕਰਕੇ ਜਾਗਰੂਕ ਉੱਥੇ ਜ਼ਿਆਦਾ ਕਰਨਾ ਚਾਹੀਦਾ। ਚਲੋ ਇਹ ਜਿਹੜਾ ਉੱਥੇ ਦੇਖਿਆ ਪ੍ਰੋਗਰਾਮ, ਉਹਦੇ ਨਾਲ ਤਾਂ ਦੁੱਖ ਹੋਇਆ, ਪਰ ਉਸ ਤੋਂ ਬਾਅਦ ਆ 1-2 ਦਿਨਾਂ ਦੇ ਵਿੱਚ ਅਸੀਂ ਦੇਖਿਆ ਕਿ ਲਾਈਵ ਪ੍ਰੋਗਰਾਮ ਚਲਾਏ ਜਾ ਰਹੇ ਆ, ਉੱਥੋਂ ਕੀਰਤਨ ਦਰਬਾਰ ਹੋ ਰਹੇ ਆ, ਪਰ ਕਈ ਘੰਟੇ ਸੁਣਨ ਤੋਂ ਬਾਅਦ ਵੀ ਸਾਨੂੰ ਇੱਕ ਵਾਰੀ ਵੀ ਉਹ ਜਿਹੜੇ ਕੀਰਤਨੀਏ ਆ, ਕਥਾਵਾਚਕ ਆ ਜਾਂ ਹੋਰ ਪ੍ਰਬੰਧਕ ਆ, ਉਹਨਾਂ ਦੇ ਮੂੰਹੋਂ ਇੱਕ ਵਾਰੀ ਵੀ ਹਾਂ ਦਾ ਨਾਅਰਾ ਨਹੀਂ ਨਿਕਲਦਾ। ਸਿਰਫ ਗਿਣਤੀ ਦੇ ਸਿੰਘ ਹੀ ਆ ਜਿਹੜੇ ਇਸ ਚੀਜ਼ ਨੂੰ ਮੋਹਰੇ ਹੋ ਕੇ ਨਿਭਾ ਰਹੇ ਆਪਣੀ ਡਿਊਟੀ, ਪਰ ਬਾਕੀ ਦੇ ਜਿਹੜੇ ਕਥਾਵਾਚਕ ਆ, ਜਿਨ੍ਹਾਂ ਦੀ ਰੋਜੀ ਰੋਟੀ ਸਿਰਫ ਇਸ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਨਾਂ 'ਤੇ ਹੀ ਚੱਲਦੀ ਆ, ਉਹ ਜਦੋਂ ਵੀ ਕਥਾ ਕਰਦੇ ਆ, ਕੀਰਤਨ ਕਰਦੇ ਆ, ਤਾਂ ਉਹ ਗੁਰੂ ਗ੍ਰੰਥ ਸਾਹਿਬ ਜੀ ਵੱਲ ਹੱਥ ਕਰਕੇ ਕਹੂਗੇ ਜੀ ਇਹ ਜਾਗਤ ਜੋਤ ਆ। ਪਰ ਹੁਣ ਜਾਗਤ ਜੋਤ ਉਹ ਕਿਉਂ ਨਹੀਂ ਮੰਨ ਰਹੇ ਇਸ ਚੀਜ਼ ਨੂੰ? ਉਹ ਆਪਣੇ ਕੀਰਤਨ, ਜਿਹੜਾ ਕੀਰਤਨੀਏ ਸਿੰਘ ਆ, ਉਹ ਕੀਰਤਨ ਕਰਨ ਤੋਂ ਪਹਿਲਾਂ 1 ਮਿੰਟ ਇਸ ਚੀਜ਼ ਬਾਰੇ ਕਿਉਂ ਨਹੀਂ ਬੋਲਦਾ ਵੀ ਤੁਸੀਂ ਜਾਗਰੂਕ ਹੋਵੋ ਜਾਂ ਕਥਾਵਾਚਕ ਆ। ਮੈਂ ਸੰਗਤਾਂ ਨੂੰ ਅਪੀਲ ਕਰਦਾ, ਜਦੋਂ ਇੱਥੇ ਬਾਹਰ ਵੀ ਕੋਈ ਵੀ ਵੱਡੇ ਤੋਂ ਵੱਡਾ, ਚਾਹੇ ਕਿਸੇ ਨੂੰ ਪੰਥ ਰਤਨ ਮਿਲਿਆ ਆ, ਕੀਰਤਨੀਏ ਆ, ਕਥਾਵਾਚਕ ਆ, ਉਹਨਾਂ ਨੂੰ ਸਤਿਕਾਰ ਸਹਿਤ ਇੰਨਾ ਜ਼ਰੂਰ ਪੁੱਛਿਆ ਕਰੋ ਵੀ ਜਦੋਂ ਵੀ ਤੁਸੀਂ ਉੱਥੇ ਇਹੋ ਜਿਹੀ ਘਟਨਾ ਹੁੰਦੀ ਆ, ਉਹਦੇ ਬਾਰੇ ਤੁਸੀਂ ਕਿਉਂ ਨਹੀਂ ਆਪਣੇ ਵਿਚਾਰ ਮੀਡੀਆ ਦੇ ਵਿੱਚ ਜਾਂ ਉਸ ਜਗ੍ਹਾ 'ਤੇ ਜਾ ਕੇ ਦਿੰਦੇ।
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਭਾਈ ਸਾਹਿਬ ਜੀ, ਆਪ ਜੀ ਨੇ ਇਹਨਾਂ ਵੀਰਾਂ ਚਰਨਜੀਤ ਸਿੰਘ ਨੇ ਕਿਹਾ ਵੀ ਜਿਹੜੇ ਪ੍ਰਚਾਰਕ ਵੀਰ ਸਾਡੇ ਜੋ ਦੁਨੀਆ ਭਰ ਵਿੱਚ ਘੁੰਮਦੇ ਉਹਨਾਂ ਦਾ ਕੀ ਇਸ ਵੇਲੇ ਰੋਲ ਹੋਣਾ ਚਾਹੀਦਾ, ਆਪ ਜੀ ਦਾ ਕੀ ਵਿਚਾਰ ਹੈ? ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਉਹਨਾਂ ਨੂੰ ਸਾਰਿਆਂ ਨੂੰ ਇਕਮੁੱਠ ਹੋ ਕੇ ਇਸ ਖਿਲਾਫ ਧਰਨਾ ਦੇਣਾ ਚਾਹੀਦਾ, ਇਸ ਖਿਲਾਫ ਪ੍ਰੋਟੈਸਟ ਕਰਨਾ ਚਾਹੀਦਾ। ਔਰ ਸਭ ਤੋਂ ਵੱਡੀ ਗੱਲ ਜੋ ਇਹ ਸਤਿਗੁਰਾਂ ਜੀ ਦੇ ਸਰੂਪ ਨੂੰ ਅਗਨ ਭੇਟ ਕੀਤਾ ਗਿਆ ਹੈ, ਇਹ ਇੱਕ ਪ੍ਰੀ ਪਲਾਨ ਹੈ। ਇੱਕ ਪਲਾਨ ਦੇ ਤਹਿਤ ਮਹਾਰਾਜ ਜੀ ਨੂੰ ਅਗਨ ਭੇਟਾ ਗਿਆ। ਔਰ ਉਸ ਤੋਂ ਮਾੜੀ ਗੱਲ ਇਹ ਹੈ ਕਿ ਪੰਜਾਬ ਪੁਲਿਸ ਵੱਲੋਂ ਉਹਨਾਂ ਪਰਿਵਾਰਾਂ ਨੂੰ, ਉਹਨਾਂ ਲੋਕਾਂ ਨੂੰ ਪ੍ਰੋਟੈਕਸ਼ਨ ਦਿੱਤੀ ਗਈ ਹੈ, ਪੁਲਿਸ ਵੱਲੋਂ ਪ੍ਰੋਟੈਕਸ਼ਨ ਦਿੱਤੀ ਗਈ ਹੈ ਤਾਂ ਕਿ ਸਿੱਖ ਇਹਨਾਂ ਦਾ ਕੋਈ ਨੁਕਸਾਨ ਨਾ ਕਰ ਸਕਣ। ਉਸ ਤੋਂ ਹੋਰ ਮਾੜੀ ਗੱਲ ਇਹ ਹੈ ਕਿ ਇੰਡੀਆ ਦੇ ਕਿਸੇ ਵੀ ਮੀਡੀਆ 'ਚ ਸਤਿਗੁਰਾਂ ਜੀ ਨੂੰ ਅਗਨ ਭੇਟ ਕੀਤਾ ਗਿਆ, ਜਿਨ੍ਹਾਂ ਦੇ ਦਿੱਤਾ ਸਿੱਖ ਜਗਤ ਖਾ ਰਿਹਾ ਹੈ, ਇੰਡੀਆ ਦੇ ਕਿਸੇ ਵੀ ਮੀਡੀਆ 'ਚ ਕੋਈ ਵੀ ਖਬਰ ਨਹੀਂ ਆਈ ਕਿ ਇਹ ਬੜੀ ਮਾੜੀ ਗੱਲ ਹੋਈ ਹੈ। ਜੂਨ ਮਹੀਨੇ ਕੁਝ ਸ਼ਰਾਰਤੀ ਅਨਸਰਾਂ ਵੱਲੋਂ ਦਰਬਾਰ ਸਾਹਿਬ ਕੋਈ ਝੜਪ ਕੀਤੀ ਗਈ, ਉਸ ਨੂੰ 326 ਮੁਲਕਾਂ 'ਚ ਰੋਜ਼ ਇੱਕ ਦਿਨ ਦੇ ਕਿੰਨੀ ਵਾਰ ਦਿਖਾਇਆ ਗਿਆ, ਲੇਕਿਨ ਸਤਿਗੁਰਾਂ ਨੂੰ ਅਗਨ ਭੇਟ ਕੀਤਾ ਗਿਆ, ਕਿਸੇ ਨੇ ਕੋਈ ਮੀਡੀਆ ਨੇ ਖਬਰ ਨਹੀਂ ਦਿੱਤੀ। ਇਹ ਸਿੱਖ ਚੈਨਲ ਵਾਲੇ ਵੀਰਨ, ਮੇਰੇ ਖਿਆਲ 'ਚ ਇੰਡੀਆ 'ਚ 50% ਤੋਂ ਉੱਪਰ ਸਿੱਖਾਂ ਨੂੰ ਇਸ ਗੱਲ ਦਾ ਪਤਾ ਹੀ ਨਹੀਂ ਹੋਣਾ ਕਿ ਇਹ ਘਟਨਾ ਹੋਈ ਹੈ। ਇਹ ਬਾਹਰ ਬੈਠੇ ਸਿੱਖਾਂ ਨੂੰ ਇਸ ਗੱਲ ਦਾ ਪਤਾ ਕਿਉਂਕਿ ਚੈਨਲਸ ਮੇਰੇ ਨਾਲ ਬਹੁਤ ਮਾੜੀ ਗੱਲ ਹੈ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜੋ ਕਿ ਤਨ ਵਿੱਚ ਮਹਾਰਾਜ ਦੇ ਸਰੂਪ ਅਗਨ ਭੇਟ ਕੀਤੇ ਗਏ ਨੇ, ਉਸੇ ਸੰਬੰਧ ਵਿੱਚ ਸਿੱਖਾਂ ਨੇ ਜੋ ਕਿ ਮੋਬਾਈਲ ਫੋਨ ਤੇ WhatsApp ਤੇ ਇੱਕ ਦੂਜੇ ਨੂੰ ਮੈਸੇਜ ਗਏ ਆ, ਸਾਰਿਆਂ ਨੂੰ ਸਾਰੀ ਦੁਨੀਆ ਵਿੱਚ ਗਏ, ਸਾਰੀ ਦੁਨੀਆ 'ਚ ਪਤਾ ਲੱਗਾ ਤੇ ਸਿੱਖ ਚੈਨਲ ਉਸ ਮਸਲੇ ਦੇ ਵਿੱਚ ਤੁਹਾਡੇ ਕੋਲ ਇਟਲੀ 'ਚ ਪਹੁੰਚਾ। ਤੇ ਇਸ ਵੇਲੇ ਕਮੇਟੀਆਂ ਦਾ ਜਾਂ ਸੰਗਤ ਦਾ ਇੰਡੀਆ ਦੇ ਵਿੱਚ ਕੀ ਰੋਲ ਹੋਣਾ ਚਾਹੀਦਾ ਭਾਈ ਸਾਹਿਬ? ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਧ ਸੰਗਤ ਜੀ, ਦਾਸ ਤਾਂ ਇੱਕੋ ਹੀ ਬੇਨਤੀ ਕਰਦਾ ਜੀ, ਜੇ 12 ਤਰੀਕ ਤੱਕ ਜੇ ਅਕਾਲ ਤਖਤ ਦੇ ਜਥੇਦਾਰ ਨੇ ਕੁਝ ਨਹੀਂ ਕੀਤਾ ਤੇ ਭਾਈ ਅਮਰੀਕ ਸਿੰਘ ਜੀ ਜੋ ਕਹਿ ਰਹੇ ਸੀ ਜਾਂ ਜਿੱਦਾਂ ਬਾਕੀ ਸੰਗਤ ਕਹੀ ਹੈ, 13 ਤਰੀਕ ਨੂੰ ਸਾਰਾ ਪੰਜਾਬ ਬੰਦ ਕਰਕੇ ਆਸ਼ੂਤੋਸ਼ ਦੇ ਡੇਰਿਆਂ ਨੂੰ ਅੱਗਾਂ ਲਾ ਦਿਓ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜਿੱਦਾਂ ਭਾਈ ਸਾਹਿਬ ਨੇ ਕਿਹਾ ਵੀ ਆਸ਼ੂਤੋਸ਼ ਦੇ ਡੇਰਿਆਂ ਨੂੰ ਅੱਗ ਲਾਤੀ ਜਾਵੇ, ਪਰ ਇਸ ਤੋਂ ਚੰਗਾ ਕੋਈ ਚੰਗਾ ਵਿਊ ਕਿਤੇ ਜਿਸ ਵਿੱਚ ਨੌਜਵਾਨ ਪੀੜ੍ਹੀ ਵੀ ਸਾਡੀ ਬਚ ਜਾਵੇ, ਜਿਵੇਂ ਕਿ 84 ਦੇ ਵਿੱਚ ਅੱਗੇ ਬਹੁਤ ਘੱਟ ਆਪਾਂ ਸਿੱਖ ਕੌਮ ਨੂੰ ਪਏ ਆ, ਜੋ ਕਿ ਹੁਣ ਸਾਡੀ ਪੀੜ੍ਹੀ ਮੁੜ ਕੇ ਜਵਾਨ ਹੋਈ ਆ। ਇਸ ਬਾਰੇ ਆਪ ਜੀ ਦਾ ਕੀ ਕਹਿਣਾ ਵੀ ਕਿਸ ਤਰ੍ਹਾਂ ਹੋਣੀ ਚਾਹੀਦੀ? ਵਾਹਿਗੁਰੂ ਖਾਲਸਾ ਵਾਹਿਗੁਰੂ ਜੀ ਫਤਿਹ। ਦੇਖੋ, ਨੌਜਵਾਨ ਦਾ ਅਸੀਂ ਨੁਕਸਾਨ ਨਹੀਂ ਕਰਨਾ ਚਾਹੁੰਦੇ ਆਪਣਿਆਂ ਦਾ, ਪਰ ਇਹ ਮਾੜੀ ਗੱਲ ਹੈ ਜਿਹੜੇ ਆਸ਼ੂਤੋਸ਼ ਦੇ ਡੇਰੇ ਆ ਇਹ ਬੰਦ ਹੋਣੇ ਚਾਹੀਦੇ। ਪਰ ਜਿੰਨੇ ਚਿਰ ਮੇਰਾ ਖਿਆਲ ਵੀ ਸਾਡੀ ਸਰਕਾਰ ਹੈ ਉੱਥੇ ਹੈਗੀ ਆ ਵੀ ਇਹਦੇ ਹੁੰਦਿਆਂ ਉੱਥੇ ਕੁਝ ਨਹੀਂ, ਆਈ ਸਿੱਖ ਕੌਮ ਕੁਝ ਨਹੀਂ ਕਰ ਸਕਦੀ ਕਿਉਂ ਹਮੇਸ਼ਾ ਸਾਡੇ ਸਿੱਖਾਂ ਦੇ ਡਾਂਗਾ ਪੈਂਦੀਆਂ ਉੱਤੇ ਕਿ ਇਹਨਾਂ ਨੂੰ ਕੁਝ ਨਹੀਂ ਕਿਹਾ ਜਾਂਦਾ। ਦੇਖੋ, ਪਿੱਛੇ ਲੁਧਿਆਣੇ ਹੋਏ ਸੀ, ਉਦੋਂ ਮੁੰਡਾ ਆਪਣਾ ਸਿੰਘ ਮਰਿਆ ਤੇ ਆਪਣੇ ਸਿੰਘਾਂ ਦੇ ਮਰਦੇ, ਜਦੋਂ ਮਰਦਾ ਆਪਣਾ ਸਿੰਘ ਹੀ ਮਰਦਾ, ਤੇ ਇਹਨਾਂ ਦੇ ਕਿਉਂ ਨਹੀਂ ਮਰਦੇ? ਅਸੀਂ ਤੋਂ ਪਤਾ ਨਹੀਂ ਸਾਨੂੰ ਵੀ ਸਰਕਾਰ ਨੇ ਕੀ ਲੈਣਾ ਕੀ ਨਹੀਂ ਲੈਣਾ, ਇਸ ਗੱਲ ਦੇ ਸਾਨੂੰ ਪਤਾ ਨਹੀਂ ਇਹਦਾ ਬਾਰੇ ਵੀ ਕੀ ਕਰਦੇ ਆ। ਪਰ ਸਾਡਾ ਨੁਕਸਾਨ ਇਹ ਸਿੱਖ ਕੌਮ ਦਾ ਜ਼ਰੂਰ ਕਰਾਉਂਦੇ ਆ। ਇਹਨਾਂ ਸਾਨੂੰ ਸਮਝ ਲੱਗਦੀ ਵੀ ਇਹਨਾਂ ਸਿੱਖ ਕੌਮ ਦਾ ਕੀ ਸਿੱਖ ਹੋ ਕੇ ਸਿੱਖ ਕੌਮ ਦਾ ਨੁਕਸਾਨ ਕਿਉਂ ਕਰਾ ਰਹੇ ਆ। ਵਾਹਿਗੁਰੂ ਖਾਲਸਾ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਭਾਈ ਸਤਨਾਮ ਸਿੰਘ ਜੀ, ਆਪ ਜੀ ਨੂੰ ਇਹ ਜੋ ਕਿ ਆਪ ਜੀ ਨੇ ਦੇਖਿਆ ਹੁਣ ਚੈਨਲਾਂ ਥਰੂ ਕਿ ਜੋ ਸਿੱਖ ਗੁਰੂ ਮਹਾਰਾਜ ਦੀ ਬੇਅਦਬੀ ਕੀਤੀ ਗਈ ਆ, ਮਿੱਟੀ ਦਾ ਤੇਲ ਪਾ ਕੇ ਸਾਡੇ ਇਸ਼ਟ ਨੂੰ ਅੱਗ ਲਾਈ ਗਈ ਆ ਤੇ ਸਿੱਖ ਕੌਮ ਦੇ ਸਿੱਖ ਲੂੰਦੜੇ ਜਿਹੜੇ ਹਿਰਦੇ ਲੂੰਦੜੇ ਗਏ ਆ। ਇਸ ਵਿੱਚ ਅਕਾਲ ਤਖਤ ਸਾਹਿਬ ਜਥੇਦਾਰ ਨੇ ਇੱਕ ਅਖੰਡ ਪਾਠ ਸਾਹਿਬ ਦਾ ਭੋਗ ਪੈ ਗਿਆ, 4 ਹੋਰ ਅਖੰਡ ਪਾਠ ਸਾਹਿਬ ਦੇ ਭੋਗ ਪੈਣੇ। 4 ਅਖੰਡ ਪਾਠ ਸਾਹਿਬ ਦੇ ਭੋਗ ਪੈਣ ਤੋਂ ਬਾਅਦ ਜਥੇਦਾਰ ਜੀ ਕੀ ਕਹਿਣਗੇ ਤੇ ਔਰ ਜੋ ਕਹਿਣਗੇ ਉਸ ਤੇ ਆਪ ਪੂਰਾ ਉਤਰਨਗੇ ਜਾਂ ਆਪ ਜੀ ਨੂੰ ਕੀ ਵਿਸ਼ਵਾਸ ਉਹਨਾਂ ਤੇ? ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇਹ ਜੋ ਵੀ ਘਟਨਾ ਧੰਨ ਗੁਰੂ ਮਹਾਰਾਜ ਜੀ ਦੇ ਸਰੂਪਾਂ ਨੂੰ ਅਗਨ ਭੇਟ ਕੀਤਾ ਗਿਆ, ਇਹ ਬਹੁਤ ਹੀ ਨਿੰਦਣਯੋਗ, ਸਾਰੇ ਸਿੱਖਾਂ ਦੇ ਹਿਰਦੇ ਬਲੂੰਦਰ ਵਾਲੀ ਇਹ ਇੱਕ ਗੱਲ ਹੋਈ ਆ। ਸਾਰੇ ਸਿੱਖਾਂ ਦੇ ਹਿਰਦੇ ਬਲੂੰਦਰੇ ਗਏ। ਸਾਰੇ ਸਿੱਖਾਂ ਨੇ ਕੁਝ ਦਿਨ ਆਪਣੇ ਨਮੋਸ਼ੀ ਦੇ ਵਿੱਚ ਹੀ ਬਿਤਾਏ ਨੇ ਕਿ ਇਹ ਘਟਨਾ ਬਹੁਤ ਹੀ ਜ਼ਿਆਦਾ ਨਿੰਦਣਯੋਗ ਹੈ। ਜੋ ਵੀ ਜਥੇਦਾਰ ਸਾਹਿਬ ਨੇ ਜਾਂ ਇਸ ਵੇਲੇ ਕਨਸਟੀਟਿਊਸ਼ਨਲੀ ਤੌਰ ਤੇ ਜਿਹੜੀਆਂ ਵੀ ਸਾਡੇ ਜਥੇਬੰਦੀਆਂ ਵੋਟਾਂ ਦੇ ਨਾਲ ਚਾਹੇ ਡੋਡੇ ਪਿਆ ਕੇ ਚਾਹੇ ਫੀਮਾ ਖਵਾ ਕੇ ਵੋਟਾਂ ਲਈਆਂ ਹੋਣ, ਪਰ ਉਹ ਅੱਜ ਕਨਸਟੀਟਿਊਸ਼ਨਲੀ ਜਿਹੜੇ ਚੁਣੇ ਹੋਏ ਲੋਕ ਨੇ ਉਹ ਸਾਰੇ ਪੰਥ ਦੇ ਨਾਲ ਖੜ ਕੇ ਕੁਝ ਚੰਗਾ ਨਹੀਂ ਮਹਿਸੂਸ ਕਰਦੇ। ਜਿਵੇਂ ਕਿ ਚਾਹੇ ਜਥੇਦਾਰ ਸਾਹਿਬ ਵੀ ਨੇ, ਉਹਨਾਂ ਦੀ ਵੀ ਜਿਹੜੀ ਚੋਣ ਹੁੰਦੀ ਹੈ ਉਹ ਕੋਈ ਸਰਕਾਰਾਂ ਹੀ ਕਰਦੀਆਂ ਨੇ। ਅੱਜ ਧਰਮ ਉੱਚਾ ਨਹੀਂ ਰਿਹਾ, ਅੱਜ ਰਾਜਨੀਤੀ ਉੱਚੀ ਹੋ ਗਈ ਆ। ਸੋ ਸਾਨੂੰ ਇਹ ਬਾਹਰੋਂ ਸਿੱਖਾਂ ਨੂੰ ਇਹਨਾਂ ਲੀਡਰਾਂ ਤੇ ਜਾਂ ਜਿਹੜੇ ਸਾਡੇ ਸਰਮੌਰ ਜਥੇਬੰਦੀ ਆ, ਚਾਹੇ ਸ਼੍ਰੋਮਣੀ ਕਮੇਟੀ ਹੋਵੇ, ਇਹਨਾਂ ਨੂੰ ਬਾਹਰ ਆਇਆਂ ਨੂੰ ਸਰੋਪੇ ਨਾ ਪਾਏ ਜਾਣ, ਇਹਨਾਂ ਨੂੰ ਮੂੰਹ ਨਾ ਲਾਇਆ ਜਾਵੇ ਤੇ ਉੱਥੇ ਇਹਨਾਂ ਤੇ ਇਹ ਦਬਾਅ ਬਣਾਇਆ ਜਾਵੇ। ਇਹ ਘੱਟੋ ਘੱਟ ਕੁਝ ਨਾ ਕੁਝ ਸ਼ਰਮ ਖਾ ਕੇ ਕੁਝ ਨਾ ਕੁਝ ਕਾਨੂੰਨ ਦੇ ਮਾਹਰਾਂ ਨੂੰ ਇਹ ਕਹਿਣ ਕਿ ਉਹਨਾਂ ਤੇ ਕੇਸ ਦਰਜ ਹੋਣੇ ਚਾਹੀਦੇ ਆ। ਤੁਸੀਂ ਆਪ ਜੀ ਨੇ ਦੇਖ ਚੁੱਕੇ ਹੋ
ਕਿ ਕਿੰਨੇ ਸਿੰਘਾਂ ਦੇ ਗੋਲੀ ਚੱਲੀ, ਕੋਈ ਵੀ ਕੇਸ ਨਹੀਂ ਦਰਜ ਹੋਇਆ। ਤੇ ਸਾਨੂੰ ਆਪਣੇ ਤੌਰ ਤੇ ਵੀ ਕੁਝ ਕਾਨੂੰਨੀ ਮਾਹਰਾਂ ਦੀਆਂ ਰਾਇਆਂ ਲੈ ਕੇ ਸਾਨੂੰ ਕਾਨੂੰਨੀ ਚਾਰਾਜੋਈ ਵੀ ਕਰਨੀ ਚਾਹੀਦੀ ਆ। ਇਹ ਨਾ ਹੋਵੇ ਕਿ ਕੇਸ ਸਾਡੇ ਤੇ ਹੀ ਦਰਜ ਹੋਈ ਜਾਣ ਤੇ ਉਹਨਾਂ ਤੇ ਕੇਸ ਵੀ ਕੋਈ ਨਾ ਕਾਨੂੰਨ ਕਹੇ ਬਾਅਦ ਚ ਕਿ ਮੇਰੇ ਕੋਲ ਹੀ ਨਹੀਂ ਆਏ ਤੁਸੀਂ। ਤੇ ਮੈਂ ਇੰਨੀਆਂ ਬੇਨਤੀਆਂ ਕਰਦਾ ਹੋਇਆ ਖਿਮਾ ਦਾ ਜਾਚਕ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੇ ਉਹ ਸਾਡੇ ਕੋਲ ਪਹੁੰਚੇ ਹੁਣ ਭਾਈ ਬਲਬੀਰ ਸਿੰਘ ਜੀ ਯੂਕੇ ਤੋਂ। ਇਹਨਾਂ ਨੂੰ ਪੁੱਛਦੇ ਵੀ ਜੋ ਤਰਨਤਾਰਨ ਦੇ ਵਿੱਚ ਘਟਨਾ ਹੋਈ ਆ, ਜੋ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਮਿੱਟੀ ਦਾ ਤੇਲ ਪਾ ਕੇ ਸਾੜੇ ਗਏ, ਆਪ ਜੀ ਦੇ ਇਸ ਬਾਰੇ ਕੀ ਵਿਚਾਰ ਨੇ? ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਬਹੁਤ ਹੀ ਮਾੜੀ, ਦੁਖਦਾਈ ਤੇ ਮੰਦਭਾਗੀ ਘਟਨਾ ਇਹ ਵਾਪਰੀ ਹੈ। ਜੇ ਅਚਨਚੇਤ ਕੋਈ ਘਟਨਾ ਵਾਪਰ ਜਾਵੇ ਤੇ ਥੋੜ੍ਹਾ ਜਿਹਾ ਆਪਾਂ ਦੂਸਰੇ ਤਰੀਕੇ ਨਾਲ ਦੇਖ ਸਕਦੇ ਹਾਂ, ਪਰ ਜਿਹਦੇ ਵਿੱਚ ਆਪ ਮਿੱਥ ਕੇ ਮਿੱਟੀ ਦਾ ਤੇਲ ਪਾ ਕੇ ਫਿਰ ਤੇ ਗੁਰੂ ਸਾਹਿਬ ਜੀ ਦੇ ਸਰੂਪ ਨੂੰ ਤੇ ਬਾਕੀ ਪੋਥੀਆਂ ਨੂੰ, ਚੌਰ ਸਾਹਿਬ ਨੂੰ ਅੱਗ ਲਾ ਦਿੱਤੀ ਜਾਵੇ, ਇਸ ਘਟਨਾ ਨੂੰ ਇਹ ਤੋਂ ਵੱਧ ਹੋਰ ਮੰਦਭਾਗੀ ਘਟਨਾ ਮੈਂ ਸੋਚਦਾ ਸਿੱਖ ਪੰਥ ਵਿੱਚ ਹੋਰ ਕੋਈ ਨਹੀਂ ਹੋ ਸਕਦੀ। ਹਰੇਕ ਸਿੱਖ ਦਾ ਹਿਰਦਾ ਬਲੁੰਦਰਿਆ ਗਿਆ। ਸਿੱਖ ਬੜੇ ਦੁਖੀ ਨੇ। ਭਾਵੇਂ ਸਾਰੇ ਸਿੱਖ ਆਪਣੇ ਜਜ਼ਬਾਤ, ਉਹਨਾਂ ਕੋਲ ਪਲੇਟਫਾਰਮ ਨਹੀਂ ਹੈਗਾ ਵੀ ਉਹ ਪ੍ਰਗਟ ਕਰ ਸਕਣ, ਪਰ ਆਪਾਂ ਗੁਰਦੁਆਰਿਆਂ 'ਚ ਵਿਚਰਦੇ ਹਾਂ, ਸੰਗਤ 'ਚ ਵਿਚਰਦੇ ਹਾਂ, ਆਪਾਂ ਨੂੰ ਪਤਾ ਵੀ ਸਿੱਖ ਅੰਦਰੋਂ ਕਿੰਨੇ ਦੁਖੀ ਹੈ। ਔਰ ਸਾਰੀ ਸਿੱਖ ਸੰਗਤ ਦੀ ਨਿਗਾਹ ਇਸ ਵੇਲੇ ਉੱਥੇ ਆ ਵੀ ਉੱਥੇ ਫੈਸਲਾ ਕੀ ਲਿਆ ਜਾਂਦਾ। ਜਿਵੇਂ ਉਹ ਗੁਰਮੁਖ ਹੁਣੇ ਕਹਿ ਕੇ ਗਏ ਵੀ ਅਸਲ ਵਿੱਚ ਧਰਮ ਲੋਕਾਂ ਦੇ ਅੰਦਰੋਂ ਖੰਭ ਲਾ ਕੇ ਉੱਡ ਗਿਆ। ਰਾਜਨੀਤੀ ਨੇ ਆਪਣੇ ਗੋਡਿਆਂ ਥੱਲੇ ਧਰਮ ਨੂੰ ਲਿਆ। ਧਰਮੀ ਬੰਦੇ ਜੇ ਕੁਝ ਚਾਹੁੰਦੇ ਵੀ ਆ ਤਾਂ ਕਰ ਨਹੀਂ ਸਕਦੇ, ਕਿਉਂਕਿ ਰਾਜਨੀਤਿਕ ਕਰਨ ਨਹੀਂ ਦਿੰਦੇ। ਰਾਜਨੀਤਿਕ ਦਾ ਮੁੱਖ ਮੁੱਦਾ ਹੁੰਦਾ ਉਹਨੂੰ ਵੋਟਾਂ ਚਾਹੀਦੀਆਂ, ਉਹਨੂੰ ਧਰਮ ਨਾਲ ਤੇ ਆਪਣੇ ਇਸ਼ਟ ਨਾਲ ਪਿਆਰ ਨਹੀਂ ਹੁੰਦਾ। ਪਰ ਜੇ ਉਹਨਾਂ ਰਾਜਨੀਤਿਕਾਂ ਨੂੰ ਪਿਆਰ ਨਹੀਂ ਤੇ ਇਹਦਾ ਅਰਥ ਇਹ ਨਹੀਂ ਵੀ ਸਾਰੇ ਸਿੱਖਾਂ ਨੂੰ ਪਿਆਰ ਨਹੀਂ ਹੈਗਾ। ਸਿੱਖ ਇਸ ਕੰਮ ਵਾਸਤੇ ਲੜਨ ਮਰਨ ਵਾਸਤੇ ਤਿਆਰ ਰਹਿੰਦੇ ਆ, ਤਾਂ ਹੀ ਰੋਕਣ ਵਾਸਤੇ ਗਏ ਸੀ ਸ਼ਾਂਤਮਈ ਤਰੀਕੇ ਨਾਲ। ਹਾਂ, ਇਹ ਵੱਖਰੀ ਗੱਲ ਹੈ ਵੀ ਸਿੱਖ ਤਰੀਕਾ ਸ਼ਾਂਤਮਈ ਰੱਖਿਆ ਉਹਨਾਂ ਨੇ। ਉਦੋਂ ਵੀ ਉਹਨਾਂ ਨੂੰ ਗੋਲੀਆਂ ਵੱਜੀਆਂ, ਦੁਬਾਰਾ ਉਹਨਾਂ ਨੇ ਫਿਰ ਇਹ ਘਟਨਾ ਕੀਤੀ ਤੇ ਸਿੰਘ ਸਾਹਿਬ ਮੱਲ ਸਿੰਘ ਜੀ ਨੇ ਬੜੀ ਸੋਹਣੀ ਗੱਲ ਉਦੋਂ ਇਹ ਆਖੀ ਸੀ ਵੀ ਉਹਨਾਂ ਨੂੰ ਸਾਨੂੰ ਦੇ ਦਿੱਤਾ ਜਾਵੇ, ਅਸੀਂ ਉਹਨਾਂ ਤੇ ਮਿੱਟੀ ਦਾ ਤੇਲ ਪਾ ਕੇ ਉਹਨਾਂ ਨੂੰ ਸਾੜ ਦਈਏ, ਸਾਡਾ ਹਿਰਦਾ ਇੱਕ ਤਾਂ ਸ਼ਾਂਤ ਹੋ ਜਾਏਗਾ। ਤਾਂ ਦੂਸਰੀ ਗੱਲ ਇਹ ਵੀ ਅੱਗੇ ਤੋਂ ਲੋਕਾਂ ਨੂੰ ਨੱਥ ਪੈ ਜਾਏਗੀ। ਫਿਰ ਨਹੀਂ ਕਿਸੇ ਦੀ ਹਿੰਮਤ ਹੈਗੀ ਵੀ ਮਹਾਰਾਜ ਦੇ ਤਰ੍ਹਾਂ ਉਂਗਲੀ ਚੱਕੇ ਤੇ ਬੇਅਦਬੀ ਕਰੇ। ਪਰ ਕਿਉਂਕਿ ਪ੍ਰਸ਼ਾਸਨ ਨੇ ਆਪਣੀ ਮਰਜ਼ੀ ਨਾਲ ਚੱਲਣਾ ਹੁੰਦਾ। ਹੁਣ 12 ਤਰੀਕ ਤੱਕ ਤਾਂ ਉਹਨਾਂ ਨੇ ਸਮਾਂ ਦਿੱਤਾ। ਸਿੰਘ ਸਾਹਿਬ ਸਤਿਕਾਰਯੋਗ ਨੇ, ਉਹਨਾਂ ਨੂੰ ਚਾਹੀਦਾ ਵੀ ਜੇ ਉਹਨਾਂ ਨੇ ਜ਼ਿੰਮੇਵਾਰੀ ਚੱਕੀ ਆ ਤੇ ਪਹਿਲਾਂ ਦੀ ਤਰ੍ਹਾਂ ਨਹੀਂ ਵੀ ਉਹ ਕਹਿ ਦੇਣ ਮਾਮਲਾ ਠੰਡਾ ਹੋ ਜਾਏ, ਉਹਨੂੰ ਠੰਡੇ ਬਸਤੇ 'ਚ ਪਾ ਦੇਣ ਤੇ ਮੁੜ ਕੇ ਚਲੋ ਜੀ ਸਿੱਖਾਂ ਨੇ ਭੁੱਲ ਜਾਣਾ। ਇਹ ਮਹਾਰਾਜ ਸਾਹਿਬ ਜੀ ਦੇ ਸਤਿਕਾਰ ਦੀ ਗੱਲ ਹੈ। ਸਤਵੇਂ ਪਾਤਸ਼ਾਹ ਦੇ ਬਚਨ ਨੇ, ਜਿਨ ਭੈ ਬਾਣੀ ਅਦਬਨਾ ਧਾਰਾ ਜਾਣੋ ਸੋ ਸਿੱਖ ਨਹੀਂ ਹਮਾਰਾ। ਤੇ ਸਿੱਖਾਂ ਦੇ ਮਨ ਵਿੱਚ ਬਹੁਤ ਜ਼ਿਆਦਾ ਸਤਿਕਾਰ ਹੈ ਗੁਰੂ ਸਾਹਿਬ ਜੀ ਦਾ ਤੇ ਇਸ ਘਟਨਾ ਨੇ ਹਿਰਦੇ ਸਿੱਖਾਂ ਦੇ ਬਹੁਤ ਦਿਖਾਏ ਨੇ। ਇਸ ਲਈ ਚਾਹੀਦਾ ਸਾਰੇ ਸਿੰਘ ਸਾਹਿਬ ਜੀ ਨੂੰ ਤੇ ਸਾਰੇ ਸਿੱਖ ਪੰਥ ਦੇ ਆਗੂਆਂ ਨੂੰ, ਲੀਡਰਾਂ ਨੂੰ, ਮੋਹਰੀਆਂ ਨੂੰ ਵੀ ਅੱਗੇ ਹੋ ਕੇ ਉਹਨਾਂ ਨੂੰ ਕਾਤਲਾਂ ਨੂੰ ਸਜ਼ਾ ਦਿਵਾਈ ਜਾਵੇ। 302 ਦਾ ਉਹਨਾਂ ਦੇ ਪਰਚਾ ਦਰਜ ਹੋਵੇ, ਬਲਕਿ ਇੰਨਾ ਉਹਨਾਂ ਨੂੰ ਸਜ਼ਾ ਇਸ ਤਰੀਕੇ ਨਾਲ ਦਿੱਤੀ ਜਾਵੇ ਵੀ ਅੱਗੇ ਵਾਸਤੇ ਕੋਈ ਜ਼ਰੂਰਤ ਹੀ ਨਾ ਨਹੀਂ ਕਰ ਸਕੇ। ਸਾਰੇ ਆਪਣੇ ਧਰਮ ਦੀ, ਆਪਣੇ ਇਸ਼ਟ ਦੀ ਸਤਿਕਾਰ ਕਰਨ, ਆਪਣੇ ਆਨੰਦ ਨਾਲ ਆਪਣਾ ਜੀਵਨ ਬਤੀਤ ਕਰਨ। ਕੋਈ ਕਿਸੇ ਦੇ ਧਰਮ ਤੇ ਉਂਗਲ ਚੱਕੇ ਹੀ ਨਾ। ਪਰ ਇਹ ਤਾਂ ਹੋ ਸਕਦਾ ਵੀ ਜੇ ਉਹਨਾਂ ਨੂੰ ਸਖਤ ਸਜ਼ਾ ਦਿੱਤੀ ਜਾਵੇ ਤੇ, ਨਹੀਂ ਤੇ ਵਾਰ-ਵਾਰ ਇਹੋ ਜਿਹੀਆਂ ਘਟਨਾਵਾਂ ਸਿੱਖਾਂ ਨਾਲ ਹੀ ਕਾਹਤੋਂ ਵਾਪਰਦੀਆਂ। ਇਹਦਾ ਅਰਥ ਹੈ ਵੀ ਰਾਜਨੀਤਿਕਾਂ ਨੇ ਆਪਣੇ ਹੱਥ 'ਚ ਸਾਰਾ ਕੁਝ ਕੀਤਾ ਤੇ ਉਹ ਜਾਣ ਕੇ ਇਸ ਗੱਲ ਦੀ ਪਰਵਾਹ ਨਹੀਂ ਕਰਦੇ। ਪਰ ਇਦਾਂ ਘੜੀ ਮੁੜੀ ਨਹੀਂ ਚੱਲਣਾ ਹੁੰਦਾ। ਅੱਜ ਇੱਥੇ ਵੀ ਸੰਗਤਾਂ ਦਾ ਜਿੰਨਾ ਆਪਾਂ ਇਸ ਪ੍ਰਥਾਏ ਵੇਖਿਆ ਸੀ, ਸਾਰਾ ਜੋਸ਼ ਸਾਰਿਆਂ ਚਰਨਾਂ 'ਚ ਬੇਨਤੀ ਹੈ, ਜਿਹੜੇ ਮੁਖੀ ਨੇ ਉੱਥੇ, ਜਿਹੜੇ ਅੱਗੇ ਲੱਗੇ ਨੇ, ਭਾਈ ਜ਼ਰੂਰ ਕੁਝ ਨਾ ਕੁਝ ਕਰੋ। ਤੁਹਾਨੂੰ ਸੰਗਤ ਤੁਹਾਡੇ ਮੂੰਹ ਵੱਲ ਦੇਖਦੀ ਆ। ਜੇ ਫੈਸਲਾ ਠੀਕ ਤਰ੍ਹਾਂ ਦਾ ਨਾ ਹੋਇਆ ਤੇ ਪ੍ਰਤੀਕਰਮ ਫਿਰ ਜਿਹੜਾ ਇਹਦਾ ਮੁੜ ਕੇ ਰੋਸਮਈ ਹੁੰਦਾ ਸਾਹਿਬ ਜੀ, ਆਪ ਜੀ ਨੇ ਇਸ ਚੱਲਦੇ ਲੜੀਵਾਰ ਦੇ ਵਿੱਚ ਇੱਕ ਸਵਾਲ ਕੀਤਾ ਜਾਂਦਾ ਵੀ ਜਦੋਂ ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਸੀਗੇ, ਦੇ ਕਰਕੇ ਦੁਨੀਆ ਦੇ ਇੱਥੇ ਸੀਗੇ, ਉਸ ਵੇਲੇ ਡੇਰੇਵਾਦ ਦਾ ਬਹੁਤ ਠੱਲ ਪਈ ਸੀ। ਉਸ ਤੋਂ ਬਾਅਦ 84 ਤੋਂ ਬਾਅਦ ਹੀ ਸਾਰਾ ਡੇਰਾਵਾਦ ਕਿਉਂ ਫੈਲਿਆ? ਇਸ ਵਿੱਚ ਸਾਡੀ ਕੀ ਘਾਟ ਮੰਨੀ ਜਾਂਦੀ? ਜਥੇਦਾਰਾਂ ਦੀ ਮੰਨੀ ਜਾਂਦੀ ਜਾਂ ਜਿਹੜੀਆਂ ਸਾਡੀਆਂ ਕਮੇਟੀਆਂ ਚੱਲਦੀਆਂ ਜਾਂ ਜਥੇਬੰਦੀਆਂ ਚੱਲਦੀਆਂ ਉਹਨਾਂ ਦੀ ਘਾਟ ਮੰਨੀ ਜਾਓਗੇ ਤੁਸੀਂ? ਕੀ ਨਹੀਂ, ਇਦਾਂ ਕਿਸੇ ਦੀ ਇੰਡੀਵਿਜੂਅਲ ਘਾਟ ਨਹੀਂ ਇਹ ਹੈਗੀ। ਅਸਲ ਵਿੱਚ ਕੌਮ ਲੀਡਰਲੈਸ ਹੈ। ਸੰਤਾਂ ਕੋਲੇ ਕੋਈ ਜਾਦੂ ਦੀ ਛੜੀ ਨਹੀਂ ਸੀ ਵੀ ਉਦੋਂ ਡੇਰੇ ਨਹੀਂ ਸੀ ਹੈਗੇ ਤੇ ਨਹੀਂ। ਸੰਤਾਂ ਦਾ ਇੱਕੋ ਇੱਕ ਅਸੂਲ ਸੀ ਜਿਹੜਾ ਕਲਗੀਧਰ ਪਾਤਸ਼ਾਹ ਨੇ ਦਿੱਤਾ, ਭਈ ਜੇ ਉਹਨਾਂ ਨੇ ਇਸ਼ਟ ਨੂੰ ਅੱਗ ਲਾਈ ਆ, ਤੁਸੀਂ ਬੰਦੇ ਦੇ ਤੇਲ ਪਾ ਕੇ ਅੱਗ ਲਾਓ। ਗੱਲ ਮੁੱਕੀ। ਦੂਸਰੀ ਵਾਰ ਸੰਤਾਂ ਦੀ ਇੱਕ ਸਪੀਚ ਸੁਣੋ ਤੁਸੀਂ। ਸਰਪੰਚਾਂ ਨੇ ਸੰਤਾਂ ਸਪੀਚ ਕੀਤੀ ਆ, ਉਹ ਕਹਿ ਰਹੇ ਨੇ ਵੀ ਸ਼੍ਰੋਮਣੀ ਕਮੇਟੀ ਨੂੰ ਮੈਂ ਕਹਿੰਦਾ ਵੀ ਤਮਾਕੂ ਸੁੱਟ ਕੇ ਗਿਆ ਕੋਈ ਪਰਿਕਰਮਾ 'ਚ ਤੇ ਤੁਸੀਂ ਉਹਨੂੰ ਫੜ ਕੇ ਤੇ ਪੁਲਿਸ ਨੂੰ ਦੇ ਦਿੱਤਾ। ਤੇ ਸੰਤਾਂ ਨੂੰ ਪੁੱਛਿਆ ਜੀ ਤੁਸੀਂ ਕੀ ਕਰਦੇ? ਸੰਤ ਕਹਿੰਦੇ ਮੈਂ ਇਹ ਕਰਦਾ ਵੀ ਉਹਦਾ ਸਿਰ ਲਾ ਕੇ ਤੇ ਘੰਟਾ ਘਰ ਦੇ ਬਾਹਰ ਵੱਖਰਾ ਟੰਗਦਾ ਤੇ ਉਹਨੂੰ ਪੁੱਠਾ ਲਟਕਾਉਂਦਾ, ਲਾਗੇ ਵੱਡਾ ਲਿਖ ਕੇ ਮਾਟੋ ਲਾਉਂਦਾ ਵੀ ਇਹਨੇ ਦਰਬਾਰ ਸਾਹਿਬ ਦੀ ਬੇਅਦਬੀ ਕਰਨ ਦਾ ਯਤਨ ਕੀਤਾ, ਇਸ ਕਰਕੇ ਇਹਦਾ ਸਿਰ ਲਾਇਆ। ਅਸੀਂ ਉੱਦਾਂ ਕਿਸੇ ਧਰਮ ਦੇ, ਕਿਸੇ ਕੌਮ ਦੇ ਖਿਲਾਫ ਨਹੀਂ ਹੈਗੇ, ਪਰ ਜੇ ਕੋਈ ਸਾਡੇ ਧਰਮ ਤੇ ਉਂਗਲ ਚੱਕੂਗਾ ਤੇ ਅਸੀਂ ਇਦਾਂ ਹੀ ਕਰਾਂਗੇ। ਇਹ ਸੰਤਾਂ ਦੀ ਸਪੀਚ ਆ, ਤੁਸੀਂ ਸੁਣ ਲਓ ਅੱਜ ਭਾਵੇਂ। ਤਾਂ ਸ਼ਾਂਤੀ ਸੀ, ਤਾਂ ਹੀ ਨਹੀਂ ਡੇਰੇ ਉੱਠਦੇ ਸੀ, ਤਾਂ ਹੀ ਕਿਸੇ ਦੀ ਜ਼ਰੂਰਤ ਨਹੀਂ ਸੀ ਮਹਾਰਾਜ ਦੇ ਸਰੂਪ ਜਾਂ ਸਤਿਕਾਰ ਦੇ ਵਿਰੁੱਧ ਉਂਗਲ ਕਰ ਸਕੇ, ਕਿਉਂਕਿ ਸੰਤਾਂ ਦਾ ਅਸੂਲ ਸੀ ਜੋ ਕਲਗੀਧਰ ਪਾਤਸ਼ਾਹ ਨੇ ਦਿੱਤਾ। ਦੇਖੋ, ਇਸ ਵੇਲੇ ਭਾਈ ਅਮਰੀਕ ਸਿੰਘ ਨੇ ਚੱਲਦੀ ਲੜੀ ਦੇ ਵਿੱਚ ਆਪਣਾ ਪੂਰਾ ਫਰਜ਼ ਨਿਭਾਇਆ, ਪਰ ਉਹਨਾਂ ਦਾ ਸਿੱਖ ਸੰਗਤਾਂ ਨੇ ਜਾਂ ਬਹੁਤੀਆਂ ਜਥੇਬੰਦੀਆਂ ਨੇ ਦੇਖਿਆ ਵੀ ਆਪਾਂ ਉਹਨਾਂ ਨੂੰ ਪੂਰਾ ਉਹਨਾਂ ਦਾ ਬਣਦਾ ਮਾਨ ਸਤਿਕਾਰ ਨਹੀਂ ਦਿੱਤਾ ਗਿਆ। ਇਸ ਵਿੱਚ ਕਿਸ ਦੀ ਘਾਟ ਮੰਨੀ ਜਾਂਦੀ? ਜਥੇਬੰਦੀਆਂ ਦੀ ਜਾਂ ਸੰਗਤਾਂ ਨੇ ਪੂਰਾ ਸਾਥ ਦਿੱਤਾ? ਨਹੀਂ, ਸੰਗਤਾਂ ਪੂਰਾ ਸਾਥ ਦਿੰਦੀਆਂ ਜੀ। ਸੰਗਤਾਂ ਭਾਈ ਅਮਰੀਕ ਸਿੰਘ ਜੀ ਦਾ, ਮੈਂ ਇੱਥੇ ਸੰਗਤਾਂ 'ਚ ਵਿਚਰਦਾ, ਮੈਨੂੰ ਪਤਾ ਕਿੰਨਾ ਅਦਬ ਸਤਿਕਾਰ ਕਰਦੀਆਂ। ਹਾਂ, ਜਥੇਬੰਦੀਆਂ ਨੂੰ ਹੋ ਸਕਦਾ ਕੋਈ ਆਪਸੀ ਵਖਰੇਵਾਂ ਹੋਵੇ, ਕਿਸੇ ਦੇ ਮਨ 'ਚ ਇਹ ਹੋਵੇ ਵੀ ਉਹ ਤੇ ਟਕਸਾਲ ਦਾ ਸਿੰਘ ਹੈ ਜੀ, ਅਸੀਂ ਕਾਹਤੋਂ ਜਾਈਏ। ਇਹ ਉਹਨਾਂ ਜਥੇਬੰਦੀਆਂ ਦੀ ਘਾਟ ਹੈ।
ਤੇ ਜਾਂ ਫਿਰ ਜਿਹੜੇ ਲੀਡਰ ਨੇ ਤੇ ਜਿਹੜੇ ਸਿਆਸੀ ਦਬਾਅ ਹੇਠ ਨੇ ਨਾ ਧਾਰਮਿਕ ਬੰਦੇ, ਉਹ ਬਿਲਕੁਲ ਸਾਥ ਨਹੀਂ ਦਿੰਦੇ ਭਾਈ ਅਮਰੀਕ ਸਿੰਘ ਹੋਣਾ ਦਾ। ਤੇ ਹੋਰ ਜਿੰਨੇ ਵੀ ਉੱਥੇ ਸਿੰਘ ਨੇ, ਸਤਿਕਾਰ ਕਮੇਟੀਆਂ ਵਾਲੇ ਜਾਂ ਜਿੰਨੇ ਵੀ ਗੁਰਮੁਖ ਘਰਾਂ 'ਚ ਉੱਠ ਕੇ ਗਏ ਨੇ, ਉਹਨਾਂ ਦਾ ਸਾਥ ਲੀਡਰ ਨਹੀਂ ਦਿੰਦੇ, ਸਾਡੇ ਆਗੂ ਜਿਹੜੇ ਧਾਰਮਿਕ ਨੇ ਉਹ ਨਹੀਂ ਦਿੰਦੇ, ਸੰਗਤਾਂ ਜ਼ਰੂਰ ਦਿੰਦੀਆਂ। ਮੈਨੂੰ ਪਤਾ, ਮੈਂ ਸੰਗਤਾਂ 'ਚ ਵਿਚਰਦਾ, ਭਾਈ ਅਮਰੀਕ ਸਿੰਘ ਹੋਣਾ ਦੇ ਤੇ ਉਹਨਾਂ ਸਿੰਘਾਂ ਦੇ ਪੈਰਾਂ ਥੱਲੇ ਹੱਥ ਰੱਖਣ ਲਈ ਸੰਗਤਾਂ ਤਿਆਰ ਆ। ਵੀ ਤੁਸੀਂ ਗੋਲੀਆਂ ਖਾਧੀਆਂ, ਮਹਾਰਾਜ ਦੇ ਸਤਿਕਾਰ ਵਾਸਤੇ ਸੰਗਤ ਤੁਹਾਡੇ ਨਾਲ ਹੈ। ਹਾਂ, ਜਥੇਬੰਦੀ ਜਿਹੜੀ ਕੋਈ ਇਹ ਸੋਚਦੀ ਵੀ ਇਹ ਸਾਡੀ ਜਥੇਬੰਦੀ ਦਾ ਨਹੀਂ, ਤੇ ਮੈਂ ਸਮਝਦਾ ਉਹ ਸਿੱਖ ਨਹੀਂ ਫਿਰ ਹੈਗੇ। ਆਪਾਂ ਪਹਿਲਾਂ ਕਲਗੀਧਰ ਪਾਤਸ਼ਾਹ ਦੇ ਸਿੱਖ ਹਾਂ ਤੇ ਬਾਅਦ 'ਚ ਕਿਸੇ ਜਥੇਬੰਦੀ ਦੇ ਆ। ਤੇ ਜੇ ਆਪਾਂ ਮਹਾਰਾਜ ਦੇ ਸਿੱਖ ਹਾਂ ਤਾਂ ਉਹ ਕਿਹੜਾ ਸਿੱਖ ਹੈ ਜਿਹੜਾ ਇਹ ਦੇਖੇ ਵੀ ਮੇਰੀ ਜਥੇਬੰਦੀ ਨਹੀਂ ਗਈ, ਮੇਰੀ ਜਥੇਬੰਦੀ ਨਹੀਂ, ਸਾਡੀ ਸਾਰਿਆਂ ਦੀ ਇੱਕ ਫੈਮਿਲੀ ਆ, ਸਿੱਖ ਪਰਿਵਾਰ, ਸਿੱਖ ਕੌਮ। ਤੇ ਭਾਈ ਅਮਰੀਕ ਸਿੰਘ ਨੂੰ ਸ਼ਾਬਾਸ਼ ਆ, ਉਹਨਾਂ ਸਾਰੇ ਸਿੰਘਾਂ ਨੂੰ ਸ਼ਾਬਾਸ਼ ਆ ਜਿਨ੍ਹਾਂ ਨੇ ਇਹ ਉੱਥੇ ਸਿਰ ਤਲੀ ਤੇ ਰੱਖ ਕੇ ਉਹ ਵਿਚਾਰੇ ਉੱਥੇ ਬੋਲੇ ਵੀ, ਲੜੇ ਵੀ, ਗੋਲੀਆਂ ਵੀ ਖਾਧੀਆਂ, ਡਾਂਗਾਂ ਤੇ ਫਿਰ ਮੁਕੱਦਮਿਆਂ ਦਾ ਸਾਹਮਣਾ ਕਰਦੇ ਪਏ ਨੇ। ਸੰਗਤਾਂ ਨਾਲ ਆ, ਸੰਗਤਾਂ ਵੱਲੋਂ ਕੋਈ ਕਸਰ ਨਹੀਂ ਹੈਗੀ। ਲੀਡਰਲੈਸ ਕੌਮ ਹੋਣ ਕਰਕੇ ਇਹ ਸਾਰਾ ਕੁਝ ਹੁੰਦਾ ਪਿਆ ਜੀ। ਜੇ ਆਪਣਾ ਭਾਈ ਸਾਹਿਬ ਜੀ, ਜੇ ਆਪਣਾ ਜਿੱਦਾਂ ਕਹਿ ਲਓ ਸਿੱਖ ਕੌਮ ਦਾ ਆਪਣਾ ਖਾਲਿਸਤਾਨ ਆਪਣਾ ਘਰ ਹੋਵੇ ਤੇ ਫਿਰ ਇਸ ਤਰ੍ਹਾਂ ਦੀਆਂ ਘਟਨਾ ਨਹੀਂ ਵਾਪਰ ਸਕਦੀਆਂ। ਇਸ ਕਰਕੇ ਆਪਾਂ ਨੂੰ ਘਰ ਜ਼ਰੂਰੀ ਸਮਝਦੇ ਤੁਸੀਂ ਆਪਣੇ ਤੌਰ ਤੇ ਜਾਂ ਨਹੀਂ? ਬਿਲਕੁਲ ਜ਼ਰੂਰੀ ਸਮਝਦੇ ਆ। ਇਹ ਤਾਂ ਇੱਕ ਵਾਰੀ ਉਦੋਂ ਵਦੰਤੀ ਜੀ ਜਥੇਦਾਰ ਸੀ, ਉਹਨਾਂ ਨੇ ਨਿਊਯਾਰਕ ਬੋਲ ਦਿੱਤਾ ਸੀ ਵੀ ਪੰਛੀ ਨੂੰ ਵੀ ਆਪਣਾ ਆਲਣਾ ਚਾਹੀਦਾ ਤੇ ਸਾਨੂੰ ਆਪਣਾ ਘਰ ਕਿਉਂ ਨਹੀਂ ਚਾਹੀਦਾ। ਤੇ ਫਿਰ ਆਪਣਾ ਘਰ ਹੋਣਾ ਕੋਈ ਕਰਾਇਤ ਤੇ ਪਾਪ ਵੀ ਨਹੀਂ। ਤੇ ਜੇ ਅਸੀਂ ਸਾਡੇ ਕੋਲ ਸਾਡੀ ਆਪਣੀ ਜ਼ਿੰਮੇਵਾਰੀ ਹੋਵੇ ਤੇ ਫਿਰ ਸਾਨੂੰ ਅੱਜ ਆ ਦਿਨ ਵੀ ਨਾ ਦੇਖਣੇ ਪੈਣ ਤੇ ਤਰਲੇ ਵੀ ਨਾ ਲੈਣੇ ਪੈਣ। ਇਸ ਲਈ ਸੰਤਾਂ ਨੇ ਆਖਿਆ ਸੀ, ਮੈਂ ਖਾਲਿਸਤਾਨ ਮੰਗਦਾ ਨਹੀਂ, ਪਰ ਜੇ ਮੈਨੂੰ ਦੇ ਦਿੱਤਾ ਜਾਏ ਤਾਂ ਨਾ ਮੈਂ ਕਦੀ ਨਹੀਂ ਕਰੂੰਗਾ। ਹਾਂ, ਸਹੀ ਗੱਲ ਹੈ। ਪਰ ਉਹਨਾਂ ਨੇ ਕਿਉਂ ਆਖਿਆ ਸੀ ਮੰਗਦਾ ਨਹੀਂ? ਇਸ ਲਈ ਵੀ ਸਾਨੂੰ ਬਰਾਬਰ ਦੇ ਸ਼ਹਿਰੀ ਸਮਝੋ, ਬਰਾਬਰ ਦਾ ਸਤਿਕਾਰ ਦਿਓ, ਤੇ ਫਿਰ ਅਸੀਂ ਖੁਸ਼ ਹਾਂ ਸਾਰਿਆਂ ਨਾਲ, ਸਾਨੂੰ ਕੋਈ ਗੱਲ ਨਹੀਂ। ਧੰਨਵਾਦ ਬਹੁਤ ਜੀ ਭਾਈ ਸਾਹਿਬ ਜੀ। ਵਾਹਿਗੁਰੂ ਜੀ ਕਾ ਖਾਲਸਾ, ਸੋ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਜਗਦੀਪ ਕੌਰ, ਗੁਰਦੁਆਰਾ ਨੋਵੇਲਾਰਾ, ਇਟਲੀ। ਜੋ ਜੋਧਪੁਰ ਪਿੰਡ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੀ ਮੰਦਭਾਗੀ ਘਟਨਾ ਹੋਈ ਹੈ, ਸਾਨੂੰ ਉਸ ਦਾ ਬਹੁਤ ਅਫਸੋਸ ਹੈ ਤੇ ਅਸੀਂ ਜਥੇਦਾਰ ਸਾਹਿਬ ਜੀ ਨੂੰ ਇਹੀ ਬੇਨਤੀ ਕਰਦੇ ਹਾਂ ਕਿ ਇਸ ਦਾ ਕੋਈ ਵਡਮੁੱਲਾ ਹੱਲ ਕੱਢਿਆ ਜਾਵੇ। ਇਹ ਨਾ ਹੋਵੇ ਕਿ ਜੋ ਅੱਜ ਕੁਝ ਦਿਨ ਪਹਿਲਾਂ ਇਹ ਵਿਚਾਰ ਹੋਈ ਸੀ, ਪੰਥਕ ਵਿਚਾਰ ਹੋਈ ਸੀ, ਉਹ ਸਿਰਫ ਵਿਚਾਰ ਹੀ ਬਣ ਕੇ ਰਹਿ ਜਾਵੇ, ਉਸ ਦੇ ਉੱਤੇ ਕੋਈ ਵੀ ਅੱਗੇ ਐਕਸ਼ਨ ਨਾ ਲਿਆ ਜਾਵੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੋ ਇਹ ਮੰਦਭਾਗੀ ਘਟਨਾ ਘਟੀ ਹੈ, ਸਾਰਿਆਂ ਨੇ ਹੀ ਸਾਰਿਆਂ ਦਾ ਇਸ ਮੰਦਭਾਗੀ ਘਟਨਾ ਨੇ ਸਾਰੇ ਸਿੱਖਾਂ ਦਾ ਜਿਹੜਾ ਮਨ ਹੈ ਉਹ ਵਲੁੰਦਰਿਆ ਗਿਆ ਹੈ। ਸਤਿਗੁਰੂ ਕਿਰਪਾ ਕਰਨ, ਜਿਨ੍ਹਾਂ ਨੇ ਇਹ ਮੰਦਭਾਗੀ ਘਟਨਾ ਕੀਤੀ ਉਹਨਾਂ ਨੂੰ ਵੀ ਸਮੱਤ ਬਖਸ਼ਣ। ਤੇ ਜਥੇਦਾਰ ਸਾਹਿਬ ਅੱਗੇ ਬੇਨਤੀ ਹੈ ਕਿ ਜਿਹੜੀਆਂ ਇਹ ਮੰਦਭਾਗੀਆਂ ਘਟਨਾਵਾਂ ਹਨ ਉਹ ਇਹਨਾਂ ਘਟਨਾਵਾਂ ਤੇ ਕਾਬੂ ਪਵਾ ਸਕਦੇ ਹਨ ਜੇਕਰ ਉਹ ਸਾਰੇ ਹੀ ਪੰਜੇ ਸਿੰਘ ਸਾਹਿਬਾਨ ਇਕੱਤਰ ਹੋ ਕੇ ਇਸ ਦਾ ਕੋਈ ਨਿਰਣਾ ਲੈਣ। ਇਹ ਨਿਰਣੇ ਹੀ ਨਾ ਬਣ ਕੇ ਰਹਿ ਜਾਣ, ਇਹਨਾਂ ਤੇ ਐਕਸ਼ਨ ਵੀ ਕੀਤਾ ਜਾਵੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਸਿੰਘ ਸਭਾ ਨਵਰਾਜ ਤੋਂ ਬੋਲ ਰਹੇ ਹਾਂ। ਜੋ ਵੀ ਘਟਨਾ ਹੋਈ ਹੈ ਠੀਕ ਨਹੀਂ ਹੋਈ। ਇਸ ਦਾ ਸਾਨੂੰ ਬਹੁਤ ਜ਼ਿਆਦਾ ਦੁੱਖ ਹੋਇਆ ਹੈ ਕਿ ਇਸ ਉੱਤੇ ਕਾਬੂ ਪਾਇਆ ਜਾਵੇ, ਕਿਉਂਕਿ ਜੇ ਨਾ ਕਾਬੂ ਪਾਇਆ ਗਿਆ ਤਾਂ ਹੋਰ ਵੀ ਘਟਨਾ ਹੋਣ ਦਾ ਖਤਰਾ ਹੈ। ਕਿਉਂਕਿ ਕਾਲਪੁਰਖ ਗੁਰੂ ਗ੍ਰੰਥ ਸਾਹਿਬ ਸਾਡੀ ਦਸਾਂ ਪਾਤਸ਼ਾਹੀ ਦੀ ਜੋਤ ਹੈ। ਇਸ ਦੇ ਸਹਾਰੇ ਹੀ ਅਸੀਂ ਜੀਂਦੇ ਹਾਂ ਕਿ ਗੁਰੂ ਗੋਬਿੰਦ ਸਿੰਘ ਜੀ ਇਸ ਦੇ ਸਹਾਰੇ ਸਾਨੂੰ ਛੱਡ ਕੇ ਗਏ ਸੀ, ਇਸ ਦੇ ਸਹਾਰੇ ਅਸੀਂ ਜੀਂਦੇ ਹਾਂ। ਜੇ ਇਸ 'ਤੇ ਕਾਬੂ ਨਾ ਪਾਇਆ ਗਿਆ ਤਾਂ ਅੱਗੇ ਨੂੰ ਹੋਰ ਘਟਨਾਵਾਂ ਹੋਣਗੀਆਂ ਅਤੇ ਅਸੀਂ ਕਿਸ 'ਤੇ ਵਿਸ਼ਵਾਸ ਕਰਾਂਗੇ, ਅਸੀਂ ਗੁਰੂ ਗ੍ਰੰਥ ਸਾਹਿਬ ਨੂੰ ਕਿਸ ਤਰ੍ਹਾਂ ਮੰਨਾਂਗੇ। ਇਸ ਲਈ ਸਾਰੀ ਸੰਗਤ ਵੱਲੋਂ ਹੱਥ ਜੋੜ ਕੇ ਬੇਨਤੀ ਹੈ ਕਿ ਇਸ 'ਤੇ ਜ਼ਰੂਰ ਕਾਬੂ ਪਾਇਆ ਜਾਵੇ ਕਿ ਮੁੱਖ ਸੇਵਾਦਾਰਾਂ ਨੂੰ, ਮੁੱਖ ਗੁਰਦੁਆਰੇ ਦੇ ਪ੍ਰਬੰਧਕਾਂ ਨੂੰ ਇਸ ਉੱਤੇ ਜ਼ਰੂਰ ਧਿਆਨ ਦੇਣਾ ਚਾਹੀਦਾ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਡੇ ਨਾਲ ਇਸ ਵੇਲੇ ਜੁੜ ਚੁੱਕੇ ਹਨ ਭਾਈ ਇਕਬਾਲ ਸਿੰਘ ਜੀ ਸੋਢੀ। ਇਹਨਾਂ ਨੂੰ ਪੁੱਛਦੇ ਹਾਂ ਵੀ ਜੋ ਹਿੰਦੁਸਤਾਨ ਵਿੱਚ ਤਰਨਤਾਰਨ ਦੇ ਵਿੱਚ ਜੋਧਪੁਰ ਪਿੰਡ ਵਿੱਚ ਤਰਨਤਾਰਨ ਡਿਸਟ੍ਰਿਕਟ ਵਿੱਚ ਜੋ ਮੰਦਭਾਗੀ ਖਬਰ ਵਾਪਰਿਆ, ਆਪਣੇ ਘਟਨਾ ਵਾਪਰੀ ਆ, ਗੁਰੂ ਗ੍ਰੰਥ ਸਾਹਿਬ ਜੀ ਨੂੰ ਮਿੱਟੀ ਦਾ ਤੇਲ ਪਾ ਕੇ ਆਸ਼ੂਤੋਸ਼ ਦੇ ਬੰਦਿਆਂ ਨੇ ਅਗਨ ਭੇਟ ਕੀਤਾ। ਇਸ ਦਾ ਵਿੱਚ ਆਪ ਦੇ ਕੀ ਵਿਚਾਰ ਹੈ ਕਿ 84 ਤੋਂ ਪਹਿਲਾਂ ਜੋ ਕੋਈ ਡੇਰਾਵਾਦ ਬੰਦ ਕੀਤਾ ਸੀ, ਸੰਤਾਂ ਨੇ ਕੀਤਾ ਸੀ, ਤੇ ਉਸ ਤੋਂ ਬਾਅਦ ਬਹੁਤ ਪ੍ਰਫੁੱਲਤ ਹੋਏ ਜਿਹੜਾ ਡੇਰਾਵਾਦ ਆ, ਉਸ ਜੀ ਦਾ ਆਪ ਜੀ ਦਾ ਕੀ ਵਿਚਾਰ ਹੈ ਉਸ ਬਾਰੇ? ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਹਿਲੋਂ ਤਾਂ ਜੋ ਇਹ ਮੰਦਭਾਗੀ ਘਟਨਾ ਵਾਪਰੀ ਆ, ਸਾਡੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਮਿੱਟੀ ਦਾ ਤੇਲ ਪਾ ਕੇ ਸਾੜਿਆ ਗਿਆ ਆ, ਇਹਨਾਂ ਇਹੋ ਜਿਹੇ ਦੋਸਤਾਂ ਨੂੰ ਤਾਂ ਜਿਸ ਤਰ੍ਹਾਂ ਗੁਰੂ ਗ੍ਰੰਥ ਸਾਹਿਬ ਜੀ ਨਾਲ ਕੀਤੀ ਗਈ ਹੈ ਉਹਨਾਂ ਨੂੰ ਸਜ਼ਾ ਇਸੇ ਤਰ੍ਹਾਂ ਦੇਣੀ ਚਾਹੀਦੀ ਹੈ। ਦੂਸਰੀ ਬੇਨਤੀ ਇਹ ਹੈ ਕਿ ਜਿਸ ਤਰ੍ਹਾਂ ਜੋ ਸਾਡੀਆਂ ਸਭ ਜਥੇਬੰਦੀਆਂ ਨੇ, ਜੇ ਅੱਜ ਇਹ ਜਥੇਬੰਦੀਆਂ ਆਪਸ ਵਿੱਚ ਹੀ ਇੱਕਮੁੱਠ ਹੋ ਕੇ ਨਹੀਂ ਤੁਰਦੀਆਂ ਤੇ ਸਾਧ ਸੰਗਤ ਜੀ ਸਾਡਾ ਹਾਲ ਇਹੀ ਰਹਿਣਾ ਹੈ। ਸਾਡੇ ਧਰਮ ਤੇ ਅਟੈਕ ਹੁੰਦੇ ਰਹਿਣੇ ਹੈ, ਸਾਡੇ ਗੁਰੂ ਗ੍ਰੰਥ ਸਾਹਿਬ ਤੇ ਅਟੈਕ ਕਰਦੇ ਰਹਿੰਦੇ ਨੇ।
ਤੇ ਜੋ ਸੰਤਾਂ ਨੇ ਆਖਿਆ ਸੀ ਕਿ ਜੇ ਅੱਜ ਸਾਡੀ ਕੋਈ ਪੱਗ ਨੂੰ ਹੱਥ ਪਾਉਂਦਾ ਹੈ ਤੇ ਖਾਲਸਾ ਜੀ ਉਸ ਤਰ੍ਹਾਂ ਨਹੀਂ ਮੁੜ ਕੇ ਆਉਣਾ, ਉਹਨੂੰ ਉਹਦਾ ਸਬਕ ਸਿਖਾ ਕੇ ਆਉਣਾ ਹੈ। ਤੇ ਅੱਜ ਉਹ ਖਾਲਸੇ ਦੇਖਣ ਵਿੱਚ ਨਹੀਂ ਆ ਰਿਹਾ। ਕੁਝ ਸਾਡੇ ਸਿੰਘ ਹਨ ਜੋ ਭਾਈ ਅਮਰੀਕ ਸਿੰਘ ਜੀ ਅੰਜਨਾਲਾ, ਹੋਰ ਸਿੰਘ ਉਹਨਾਂ ਦੇ ਨਾਲ ਬੜਾ ਸਾਥ ਦੇ ਰਹੇ ਹਨ। ਇਹੋ ਜਿਹੇ ਸਿੰਘਾਂ ਦਾ ਸਾਨੂੰ ਰੱਜ ਕੇ ਸਾਥ ਦੇਣਾ ਚਾਹੀਦਾ ਹੈ। ਦਾਸ ਇਹੀ ਕਹਿੰਦਾ ਹੈ ਕਿ ਸਾਨੂੰ ਇੱਕ ਮੁੱਠ ਹੋ ਕੇ ਇਹੋ ਜਿਹੇ ਦੋਸਤਾਂ ਦਾ, ਇਹੋ ਜਿਹੇ ਡੇਰਾਵਾਦਾਂ ਦਾ ਵਿਰੋਧ ਕਰਨਾ ਚਾਹੀਦਾ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਭਾਈ ਸਾਹਿਬ ਜੀ, ਭਾਈ ਨਗਿੰਦਰ ਸਿੰਘ ਜੀ ਸਾਡੇ ਨਾਲ ਜੁੜ ਚੁੱਕੇ ਨੇ। ਭਾਈ ਸਾਹਿਬ ਜੀ, ਆਪ ਜੀ ਨੂੰ ਪੁੱਛਿਆ ਜਾਂਦਾ ਵੀ ਜੋ ਮੰਦਭਾਗੀ ਘਟਨਾ ਵਾਪਰੀ ਹੈ, ਇਸ ਦਾ ਕੋਈ ਹੱਲ, ਢੁਕਵਾਂ ਹੱਲ ਲੱਭਿਆ ਜਾਵੇ ਜਿਸ ਦੇ ਨਾਲ ਸਾਡੀ ਸਿੱਖ ਕੌਮ ਦੀ ਅੱਗੇ ਪੀੜ੍ਹੀ 84 ਤੋਂ ਬਾਅਦ ਜੋ ਕਿ ਪੀੜ੍ਹੀ ਸਾਡੇ ਹੱਥੋਂ ਖੁੱਸ ਚੁੱਕੀ, ਉਹ ਪੀੜ੍ਹੀ ਵੀ ਨਾ ਜਾਵੇ ਔਰ ਸਾਡਾ ਕੋਈ ਨਾ ਕੋਈ ਹੱਲ ਵੀ ਨਿਕਲ ਜਾਵੇ ਤੇ ਡੇਰਾਵਾਦ ਨੂੰ ਵੀ ਨੱਥ ਪੈਣੀ ਚਾਹੀਦੀ। ਆਪ ਜੀ ਦਾ ਇਸ ਬਾਰੇ ਕੀ ਵਿਚਾਰ ਹੈ? ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਿਸ ਤਰ੍ਹਾਂ ਮੇਰੇ ਤੋਂ ਪਹਿਲਾਂ ਕਾਫੀ ਬੁਲਾਰੇ ਇਹ ਗੱਲ ਕਹਿ ਚੁੱਕੇ ਹਨ ਕਿ ਜੋ ਕੁਝ ਵੀ ਗੁਰੂ ਗ੍ਰੰਥ ਸਾਹਿਬ ਜੀ ਦੇ ਨਾਲ ਹੋਇਆ, ਕਿਉਂਕਿ ਸਾਡੇ ਇੱਕ ਜ਼ਿੰਦਾ ਗੁਰੂ ਦੀ ਉਪਾਧੀ ਮਿਲੀ ਹੋਈ ਹੈ ਸੁਪਰੀਮ ਕੋਰਟ ਵੱਲੋਂ ਅਤੇ ਸਿੱਖ ਪੰਥ ਵੱਲੋਂ। ਦੁਨੀਆ ਦੇ ਸਾਰੇ ਲੋਕ ਇਸ ਨੂੰ ਜ਼ਿੰਦਾ ਗੁਰੂ ਮੰਨਦੇ ਹਨ ਤੇ ਇੱਕ ਜ਼ਿੰਦਾ ਇਨਸਾਨ ਨੂੰ ਕਤਲ ਕਰਨ ਦਾ ਜੋ ਮੁਕੱਦਮਾ ਬਣਦਾ ਹੈ 302 ਦੀ ਧਾਰਾ ਲੱਗ ਕੇ ਇਹ ਮੁਕੱਦਮਾ ਉਹਨਾਂ ਤੇ ਬਣਨਾ ਚਾਹੀਦਾ ਹੈ। ਜਿਸ ਤਰ੍ਹਾਂ ਜੋ ਮੰਗ ਹੋ ਰਹੀ ਹੈ ਇਹ ਮੰਗ ਪੂਰੀ ਹੋਣੀ ਚਾਹੀਦੀ ਹੈ। ਦੂਜਾ, ਇਹ ਉਤਸ਼ਾਹ ਮਿਲ ਰਿਹਾ ਹੈ ਪੰਜਾਬ ਦੇ ਵਿੱਚ ਜਿਹੜੇ ਖੁੰਬਾਂ ਵਾਂਗੂ ਉੱਗੇ ਹੋਏ ਡੇਰੇ ਹਨ ਉਹਨਾਂ ਕਰਕੇ, ਇਹਨਾਂ ਡੇਰਿਆਂ ਨੂੰ ਨੱਥ ਪਾਉਣੀ ਚਾਹੀਦੀ ਹੈ, ਨੱਥ ਪੈਣੀ ਚਾਹੀਦੀ ਹੈ। ਜੇ ਸਰਕਾਰ ਆਪ ਇਹਨਾਂ ਨੂੰ ਨੱਥ ਨਹੀਂ ਪਾਉਂਦੀ ਤਾਂ ਆਉਣ ਵਾਲਾ ਸਮਾਂ ਇਹੋ ਜਿਹਾ ਆਏਗਾ ਕਿ ਸਿੱਖ ਆਪ ਇਹੋ ਜਿਹੇ ਕਦਮ ਚੁੱਕ ਲੈਣਗੇ, ਜਿਸ ਕਰਕੇ ਇੱਕ ਵਾਰੀ ਫਿਰ ਉਹ ਸਮਾਂ ਜੋ 84 ਤੋਂ ਬਾਅਦ ਸਿੱਖਾਂ ਦੇ ਉੱਪਰ ਆਇਆ ਉਹ ਫਿਰ ਆਉਣ ਦੀ ਸੰਭਾਵਨਾ ਪੈਦਾ ਹੋ ਰਹੀ ਹੈ। ਅਤੇ ਇਹ ਬਹੁਤ ਮੰਦਭਾਗਾ ਹੋਏਗਾ ਅਗਰ ਸਿੱਖਾਂ ਨੇ ਕਾਨੂੰਨ ਆਪਣੇ ਹੱਥ 'ਚ ਲੈ ਲਿਆ। ਇਸ ਕਰਕੇ ਸਾਡੀ ਬੇਨਤੀ ਹੈ ਖਾਸ ਕਰਕੇ ਪੰਜਾਬ ਸਰਕਾਰ, ਹਿੰਦੁਸਤਾਨ ਸਰਕਾਰ ਨੂੰ ਕਿ ਇਸ ਉੱਤੇ ਜ਼ਰੂਰ ਧਿਆਨ ਦੇਵੇ ਅਤੇ ਵਿਗੜਦੇ ਮਾਹੌਲ ਨੂੰ, ਜੋ ਪੰਜਾਬ ਵਿੱਚ ਮਾਹੌਲ ਵਿਗੜ ਰਿਹਾ ਹੈ, ਉਸ ਨੂੰ ਕਾਬੂ ਕਰਨ ਲਈ ਜਿੰਨੇ ਵੀ ਡੇਰੇ ਹਨ ਜੋ ਐਂਟੀ ਸਿੱਖ ਹਨ, ਸਿੱਖ ਦੇ ਵਿਰੋਧ ਵਿੱਚ ਪ੍ਰਚਾਰ ਕਰਦੇ ਹਨ, ਸਿੱਖੀ ਦੇ ਵਿਰੋਧ ਵਿੱਚ ਪ੍ਰਚਾਰ ਕਰਦੇ ਹਨ, ਉਹ ਯਕੀਨਨ ਬੰਦ ਹੋਣੇ ਚਾਹੀਦੇ ਹਨ। ਅਤੇ ਇਸ ਕਰਕੇ ਸਾਨੂੰ ਇੱਕ ਸੋਚ, ਜਿਸ ਤਰ੍ਹਾਂ ਕਿ ਭਾਈ ਇਕਬਾਲ ਸਿੰਘ ਜੀ ਨੇ ਕਿਹਾ, ਇੱਕ ਸੋਚ ਜੋ ਸੰਤਾਂ ਦੀ ਸੋਚ ਸੀ, ਇੱਕ ਬੜੀ ਸੁੱਚੀ ਸੋਚ ਸੀ, ਹਰ ਧਰਮਾਂ ਵਾਸਤੇ ਇੱਜ਼ਤ ਸੀ ਉਹਨਾਂ ਦੇ ਮਨ ਦੇ ਵਿੱਚ, ਹਰ ਸਤਿਕਾਰ ਸੀ ਉਹਨਾਂ ਦੇ ਮਨ ਦੇ ਵਿੱਚ, ਹਰ ਜਗ੍ਹਾ ਤੇ ਉਹ ਆਪਣਾ ਮੈਸੇਜ ਭੇਜਦੇ ਸਨ, ਇਹ ਸੰਦੇਸ਼ ਭੇਜਦੇ ਸਨ। ਜਿੱਥੇ ਵੀ ਕੋਈ ਇਹੋ ਜਿਹੀ ਘਟਨਾ ਘਟਦੀ ਸੀ, ਮੰਦਭਾਗੀ ਘਟਦੀ ਸੀ, ਉੱਥੇ ਉਹ ਸੰਦੇਸ਼ ਭੇਜਦੇ ਸਨ ਕਿ ਅਗਰ ਉਸ ਜਗ੍ਹਾ ਤੇ ਅਗਰ ਮੇਰੇ ਨਾਲ ਦਾ ਕੋਈ ਸਿੱਖ ਖੜਾ ਹੈ ਤੇ ਉਸੇ ਵਕਤ ਉਹ ਬਦਲਾ ਲੈ ਕੇ ਆਵੇ, ਉਹਦੀ ਪੈਰਵਾਈ ਵਾਸਤੇ ਮੈਂ ਖੜਾ ਹਾਂ। ਪਰ ਅੱਜ ਇਹੋ ਜਿਹੇ ਸਾਨੂੰ ਜਥੇਦਾਰ ਨਹੀਂ ਮਿਲ ਰਹੇ, ਕੋਈ ਵੀ ਅਗਵਾਈ ਸਾਡੀ ਨਹੀਂ ਕਰ ਰਿਹਾ। ਬੇਨਤੀ ਹੈ ਕਿ ਇਹੋ ਜਿਹੀ ਸਾਡੀ ਅਗਵਾਈ ਸਾਨੂੰ ਮਿਲਣੀ ਚਾਹੀਦੀ ਹੈ ਤਾਂ ਜੋ ਅਸੀਂ ਉਸ ਰਸਤੇ ਤੇ ਤੁਰ ਕੇ ਇੱਕ ਨਿਸ਼ਾਨ ਸਾਹਿਬ ਥੱਲੇ ਇਕੱਠੇ ਹੋ ਕੇ ਅਸੀਂ ਇਹੋ ਜਿਹੀਆਂ ਕਾਰਵਾਈਆਂ ਨੂੰ ਨੱਥ ਪਾ ਸਕੀਏ। ਇਹਨਾਂ ਕਹਿੰਦਾ ਮੈਂ ਖਿਮਾ ਦਾ ਜਾਚਕ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪ ਜੀ ਦਾ ਇਸ ਬਾਰੇ ਕੀ ਵਿਚਾਰ ਹੈ ਕਿ ਜੋ ਕਿ ਤਰਨਤਾਰਨ ਸਾਹਿਬ ਜੋਧਪੁਰ ਪਿੰਡ ਵਿੱਚ ਘਟਨਾ ਵਾਪਰੀ ਹੈ ਤੇ ਜਥੇਦਾਰ ਜੀ ਨੇ ਇੱਕ ਅਖੰਡ ਪਾਠ ਸਾਹਿਬ ਦਾ ਭੋਗ ਪਾ ਕੇ ਅਗਲੇ 4 ਅਖੰਡ ਪਾਠ ਸਾਹਿਬ ਜੀ ਲਈ ਸੰਗਤ ਨੂੰ ਪ੍ਰੇਰਿਤ ਕੀਤਾ ਵੀ 4 ਜਦੋਂ 5 ਅਖੰਡ ਪਾਠ ਸਾਹਿਬ ਦੇ ਭੋਗ ਪੈਣਗੇ ਉਸ ਤੋਂ ਬਾਅਦ ਹੀ ਕੋਈ ਐਕਸ਼ਨ ਲਿਆ ਜਾਊਗਾ। ਆਪ ਜੀ ਦਾ ਇਸ ਬਾਰੇ ਕੀ ਵਿਚਾਰ ਹੈ? ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਸ ਮੰਦਭਾਗੀ ਘਟਨਾ ਨੂੰ ਜਿੱਦਾਂ ਵਾਪਰੀ ਆ ਬਹੁਤ ਨਿੰਦਣਯੋਗ ਹੈ। ਹਰ ਧਰਮ ਨਿੰਦਦਾ ਆ। ਸਾਡੇ ਕੋਲ ਇਸ ਵੇਲੇ ਕੁਝ ਸਿੰਘ ਗੁਰਦੁਆਰਾ ਸਿੰਘ ਸਭਾ ਨੂੰ ਬੁਲਾਰਾ ਤੇ ਖੜੇ ਹਨ। ਇਹਨਾਂ ਨੂੰ ਆਪ ਜੀ ਨੂੰ ਪੁੱਛਿਆ ਜਾਂਦਾ, ਭਾਈ ਸਾਹਿਬ ਜੀ, ਜੋ ਕਿ ਆਸ਼ੂਤੋਸ਼ ਮਰੇ ਨੂੰ ਪ੍ਰੋਟੈਕਸ਼ਨ ਪੰਜਾਬ ਗਵਰਨਮੈਂਟ ਨੇ ਦਿੱਤੀ ਹੋਈ ਆ ਤੇ ਸਾਡੇ ਜੀਂਦੇ ਗੁਰੂ ਗ੍ਰੰਥ ਸਾਹਿਬ ਜੀ ਅਸ਼ਟ ਨੂੰ ਅਗਨ ਭੇਟ ਕੀਤਾ ਗਿਆ, ਆਪ ਜੀ ਦਾ ਇਸ ਬਾਰੇ ਕੀ ਵਿਚਾਰ ਹੈ? ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੱਕ ਮਰੇ ਹੋਏ ਇਨਸਾਨ ਨੂੰ ਤਾਂ ਸਦਕੇ ਜਾਈਏ ਇਹ ਜਿਹੇ ਗੌਰਮੈਂਟ ਦੇ ਜਿਨ੍ਹਾਂ ਨੇ ਜੈਡ ਸਿਕਿਉਰਿਟੀ ਤੋੜੀ ਥੱਲੇ ਉਹਨੂੰ ਰੱਖਿਆ ਆ, ਇੱਕ ਮਿੱਟੀ ਨੂੰ ਤੇ ਸਾਡੇ ਗੁਰੂ ਸਾਹਿਬਾਂ ਨੂੰ ਜਗਦੀ ਜੋਤ ਹਾਜ਼ਰ ਨਾਜ਼ਰ ਗੁਰੂ ਜਿਸ ਦੇ ਨਾਲ ਸਿੱਖਾਂ ਦੇ ਇੱਦਾਂ ਦੇ ਬੁਲੰਦ ਹਿਰਦੇ ਬਲੂੰਦੜੇ ਗਏ ਨੇ, ਉਹਨਾਂ ਨੂੰ ਮਿੱਟੀ ਦਾ ਤਿਲ ਪਾ ਕੇ ਸਾੜਿਆ ਜਾ ਰਿਹਾ ਹੈ। ਕਿ ਅਸੀਂ ਇਹੋ ਜਿਹੇ ਗੌਰਮੈਂਟ ਤੋਂ ਜਾਂ ਇਹੋ ਜਿਹੇ ਸਾਡੇ ਅੱਜ ਜਥੇਦਾਰਾਂ ਤੋਂ ਜਾਂ ਸ਼੍ਰੋਮਣੀ ਕਮੇਟੀ ਤੋਂ ਜਾਂ ਅਕਾਲੀ ਦਲ ਤੋਂ ਜੋ ਸਾਡਾ ਪੰਜਾਬ ਦਾ ਮੁੱਖ ਮੰਤਰੀ ਸਰਦਾਰ, ਕੀ ਅਸੀਂ ਇਹਨਾਂ ਤੋਂ ਇਹ ਆਸ ਰੱਖ ਸਕਦੇ ਹਾਂ ਕਿ ਇਹ ਸਿੱਖ ਨੇ? ਦਾਸ ਤਾਂ ਇਹੀ ਕਹੂਗਾ ਵੀ ਇਹ ਸਿੱਖਾਂ ਦੇ ਘਰ ਜੰਮੇ ਵੀ ਨਹੀਂ ਨੇ।
ਇਹਨਾਂ ਨੂੰ ਤਾਂ ਇਹ ਚਾਹੀਦਾ ਕਿ ਉਹਦੀ ਲਾਸ਼ ਨੂੰ ਕੱਢ ਕੇ ਕਮ ਸੇ ਕਮ ਲੋਕਾਂ ਵਿੱਚ ਵਿਖਾ ਲਿਆ ਤਾਂ ਜਾਵੇ ਕਿ ਵਾਕਈ ਉਹ ਮਰ ਗਿਆ ਆ ਕਿ ਡੱਬੇ ਦੇ ਵਿੱਚ ਜਿਹੜਾ ਪਾ ਕੇ ਰੱਖਿਆ ਕੋਦਾਂ ਡੱਬਾ ਬੰਦ ਕੀਤਾ ਆ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਧ ਸੰਗਤ ਜੀ, ਪਿਛਲੇ ਦਿਨੀ ਤਰਨਤਾਰਨ ਜ਼ਿਲ੍ਹੇ ਦੇ ਵਿੱਚ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀਆਂ ਬੀੜਾਂ ਦੀ ਜੋ ਬੇਅਦਬੀ ਹੋਈ ਹੈ ਉਸ ਪ੍ਰਤੀ ਸਾਰੇ ਯੂਰਪ ਦੀ ਸੰਗਤ ਦੇ ਮਨ ਦੇ ਵਿੱਚ ਬਹੁਤ ਰੋਸ ਹੈ ਔਰ ਜਿਨ੍ਹਾਂ ਨੇ ਵੀ ਇਹ ਕਾਰਾ ਕੀਤਾ ਹੈ ਉਹਨਾਂ ਨੂੰ ਸਰਕਾਰ ਨੂੰ ਚਾਹੀਦਾ ਹੈ ਕਿ ਉਹਨਾਂ ਲੋਕਾਂ ਨੂੰ ਫੜ ਕੇ ਉਹਨਾਂ ਦੇ ਉੱਤੇ ਕੇਸ ਦਰਜ ਕੀਤੇ ਜਾਣ ਤੇ ਉਹਨਾਂ ਨੂੰ ਸਜ਼ਾ ਦਿੱਤੀ ਜਾਵੇ। ਸੋ ਅਸੀਂ ਸਾਰੀ ਸੰਗਤ ਇਹੀ ਬੇਨਤੀ ਕਰਦੇ ਹਾਂ ਕਿ ਜਲਦੀ ਤੋਂ ਜਲਦੀ ਇਹਦੇ ਤੇ ਐਕਸ਼ਨ ਲਿਆ ਜਾਵੇ ਤਾਂ ਜੋ ਇੱਥੋਂ ਦੇ ਸੰਗਤ ਦੇ ਜਿਹੜੇ ਹਿਰਦੇ ਉਹ ਸ਼ਾਂਤ ਹੋ ਸਕਣ ਤੇ ਭਵਿੱਖ ਵਿੱਚ ਇਹੋ ਜਿਹੀਆਂ ਘਟਨਾਵਾਂ ਪੰਜਾਬ ਦੇ ਵਿੱਚ ਨਾ ਵਾਪਰਨ। ਇੰਨਾ ਕੁਝ ਕਹਿੰਦਾ ਹੋਇਆ ਦਾਸ ਖਿਮਾ ਚਾਹੁੰਦਾ ਹੈ। ਸਾਧ ਸੰਗਤ ਜੀ, ਇੱਕ ਹੋਰ ਬੇਨਤੀ ਹੈ ਕਿ ਸਿੱਖ ਚੈਨਲ ਜੋ ਕਿ ਪਿਛਲੇ ਕਾਫੀ ਸਮੇਂ ਤੋਂ ਸੰਗਤ ਦੀ ਸੇਵਾ ਕਰਦਾ ਆ ਰਿਹਾ ਹੈ, ਸਾਰੀ ਸੰਗਤ ਨੂੰ ਚਾਹੀਦਾ ਕਿ ਵੱਧ ਤੋਂ ਵੱਧ ਯੋਗਦਾਨ ਆਪਣੀ ਵੱਲੋਂ ਜਿੰਨਾ ਵੀ ਉਹਨਾਂ ਵੱਲੋਂ ਮਾਇਕ ਤੌਰ ਤੇ ਯੋਗਦਾਨ ਦਿੱਤਾ ਜਾ ਸਕਦਾ ਹੈ ਇਹ ਸਿੱਖ ਚੈਨਲ ਨੂੰ ਦਿੱਤਾ ਜਾਵੇ ਤਾਂ ਜੋ ਅੱਗੇ ਤੋਂ ਵੀ ਮਾਇਕ ਤੌਰ ਦੇ ਉੱਤੇ ਸਮਰੱਥ ਹੋ ਕਰਕੇ ਇਸ ਸੰਗਤ ਦੀ ਸੇਵਾ ਕਰਦਾ ਰਹੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।